प्राइम इलेक्शन इंडिया 2019 ओनली ऑन प्राइम एशिया टीवी। ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ। ਪ੍ਰੋਗਰਾਮ ਪ੍ਰਾਈਮ ਸੱਥ ਦੇ ਵਿੱਚ ਅਸੀਂ ਕਈ ਵਿਸ਼ਿਆਂ ਦੇ ਉੱਪਰ ਚਰਚਾ ਕਰਦੇ ਹਾਂ, ਮਹਿਮਾਨਾਂ ਨੂੰ ਸੱਦਾ ਦਿੰਦੇ ਹਾਂ, ਬਹੁਤੀ ਵਾਰ ਆਪਣੇ ਸਟੂਡੀਓ ਵਿੱਚ ਵੀ ਤੇ ਬਾਹਰ ਜਾ ਕੇ ਵੀ। ਅੱਜ ਕੱਲ੍ਹ ਜਿਹੜੀ ਚਰਚਾ ਜ਼ਿਆਦਾਤਰ ਚੱਲ ਰਹੀ ਹੈ ਪੂਰੇ ਭਾਰਤੀ ਭਾਈਚਾਰੇ ਦੇ ਅੰਦਰ, ਉਹ ਹੈ ਭਾਰਤ ਵਿੱਚ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ। ਇਹ ਲੋਕ ਸਭਾ ਚੋਣਾਂ ਕਈ ਪੱਖ ਤੋਂ ਕਾਫੀ ਅਹਿਮ ਮੰਨੀਆਂ ਜਾ ਰਹੀਆਂ ਨੇ। ਮੰਨਿਆ ਜਾ ਰਿਹਾ ਕਿ ਕਾਂਗਰਸ ਜਿਹੜੀ ਕਿ ਕਾਫੀ ਥੱਲੇ ਲੈ ਗਈ ਸੀ ਸਿਆਸੀ ਤੌਰ ਤੇ, ਕੀ ਉਹ ਹੁਣ ਫੇਰ ਸਰਵਾਈਵ ਕਰ ਸਕੇਗੀ, ਕਿ ਉਹ ਉਭਾਰ ਵਿੱਚ ਆ ਸਕੇਗੀ, ਜਾਂ ਭਾਜਪਾ ਦੀਆਂ ਜੋ ਨੀਤੀਆਂ ਰਹੀਆਂ ਪੂਰੇ 5 ਸਾਲ, ਕੀ ਉਹਨਾਂ ਨੀਤੀਆਂ ਦੇ ਨਾਲ ਦੇਸ਼ ਚੱਲੇਗਾ ਜਾਂ ਨਹੀਂ ਚੱਲੇਗਾ। ਜੋ ਫੈਸਲੇ ਮੌਜੂਦਾ ਸਰਕਾਰ ਵੱਲੋਂ ਕੀਤੇ ਗਏ, ਕੀ ਲੋਕ ਉਸ ਦੇ ਹੱਕ ਵਿੱਚ ਜਾ ਰਹੇ ਨੇ ਜਾਂ ਵਿਰੋਧ ਵੱਧਦਾ ਜਾ ਰਿਹਾ। ਬਹੁਤ ਸਾਰੇ ਮੁੱਦੇ ਨੇ ਪੰਜਾਬ ਦੇ ਵਿੱਚ, ਕਿਉਂਕਿ ਗੱਠਜੋੜ ਜਿਹੜੇ ਹੋ ਰਹੇ ਨੇ ਉਹਦੇ ਬਾਰੇ ਵੀ ਅਸੀਂ ਗੱਲ ਕਰਦੇ ਹਾਂ। ਤੇ ਇਹ ਗੱਲਬਾਤ ਕਰਨ ਲਈ ਮੇਰੇ ਨਾਲ ਸਟੂਡੀਓ ਵਿੱਚ ਜਿਹੜੇ ਮਹਿਮਾਨ ਨੇ ਉਹ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨਾਲ ਕਿਸੇ ਨਾ ਕਿਸੇ ਤਰੀਕੇ ਨਾਲ ਸੰਬੰਧਿਤ ਨੇ। ਉਹਨਾਂ ਬਾਰੇ ਮੈਂ ਤੁਹਾਨੂੰ ਜਾਣੂ ਕਰਵਾ ਦੇਵਾਂ ਕਿ ਮਹਿਮਾਨ ਅੱਜ ਦੇ ਮੇਰੇ ਨਾਲ ਕੌਣ-ਕੌਣ ਹੋਣਗੇ। ਤੇ ਜਿਹੜੇ ਮਹਿਮਾਨ ਮੇਰੇ ਨਾਲ ਅੱਜ ਸਟੂਡੀਓ ਵਿੱਚ ਮੌਜੂਦ ਨੇ, ਮੇਰੇ ਸੱਜੇ ਹੱਥ ਜਗਦੇਵ ਸਿੰਘ ਰੰਧਾਵਾ ਜੀ, ਜੋ ਕਿ ਅਕਾਲੀ ਦਲ ਦੇ ਬੁਲਾਰੇ ਦੇ ਤੌਰ ਤੇ ਸਾਡੇ ਕੋਲ ਪਹੁੰਚੇ ਨੇ। ਮੇਰੇ ਖੱਬੇ ਹੱਥ ਕਮਲ ਜੀ ਨੇ ਕਾਂਗਰਸ ਤੋਂ। ਰਵੀ ਹੁੱਡਾ ਜੀ ਸਿੱਧੇ ਤੌਰ ਤੇ ਭਾਵੇਂ ਉਹ ਪਾਰਟੀ ਵੱਲੋਂ ਬੁਲਾਰੇ ਤੇ ਨਹੀਂ ਹੈ, ਪਰ ਫਿਰ ਵੀ ਉਹ ਭਾਜਪਾ ਦਾ ਸਮਰਥਨ ਕਿਸੇ ਨਾ ਕਿਸੇ ਢੰਗ ਦੇ ਨਾਲ ਕਰਦੇ ਆ। ਉਹਨਾਂ ਦੇ ਨਾਲ ਸੁਦੀਪ ਸਿੰਘਲਾ ਜੀ ਨੇ ਆਮ ਆਦਮੀ ਪਾਰਟੀ ਤੋਂ। ਸਭ ਤੋਂ ਪਹਿਲਾਂ ਜੀ ਮੈਂ ਤੁਹਾਡੇ ਤੋਂ ਸ਼ੁਰੂ ਕਰਦਾ ਕਮਲ ਜੀ। ਕਾਂਗਰਸ ਦੀ ਜੋ ਹਾਲਤ ਰਹੀ ਹੈ ਪਿਛਲੇ 5 ਸਾਲ, ਬੜੀ ਕੋਸ਼ਿਸ਼ ਕੀਤੀ ਗਈ ਰਾਹੁਲ ਗਾਂਧੀ ਨੂੰ ਅੱਗੇ ਲਾ ਕੇ ਕਿ ਪਾਰਟੀ ਕਿਤੇ ਨਾ ਕਿਤੇ ਸਰਵਾਈਵ ਕਰੇ, ਪਰ ਜਦੋਂ ਕਿਤੇ ਜਾਪਿਆ ਕਿ ਸ਼ਾਇਦ ਰਾਹੁਲ ਗਾਂਧੀ 'ਚ ਉਹ ਚਿਣਗ ਕਿਤੇ ਨਾ ਕਿਤੇ ਘੱਟ ਨਜ਼ਰ ਆਈ, ਫਿਰ ਪ੍ਰਿੰਕਾ ਗਾਂਧੀ ਨੂੰ ਅੱਗੇ ਲਿਆਂਦਾ ਗਿਆ, ਕੋਸ਼ਿਸ਼ ਕੀਤੀ ਗਈ ਕਿ ਉਹਨਾਂ ਨੂੰ ਵੀ ਚਿਹਰਾ ਬਣਾਇਆ ਜਾਵੇ। ਤੁਸੀਂ ਕੀ ਸਮਝਦੇ ਹੋ ਕਿ ਇਹ ਇਲੈਕਸ਼ਨ ਕਾਂਗਰਸ ਵਾਸਤੇ ਕਿੰਨੀ ਅਹਿਮ ਹੈ ਤੇ ਕਾਂਗਰਸ ਦੀ ਸਥਿਤੀ ਕੀ ਰਹੇਗੀ? ਸਭ ਤੋਂ ਪਹਿਲਾਂ ਤਾਂ ਪ੍ਰਾਈਮ ਏਸ਼ੀਆ ਦੇ ਸਾਰੇ ਆਰਗੇਨਾਈਜ਼ਰਸ ਤੇ ਉਹਨਾਂ ਦੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ। ਜਿਹੜਾ ਤੁਸੀਂ ਸਵਾਲ ਕੀਤਾ ਕਿ ਕਾਂਗਰਸ ਦੀ ਹਾਲਤ ਪਤਲੀ ਰਹੀ ਹੈ, ਲੇਕਿਨ ਜੇ ਦੇਖਿਆ ਜਾਵੇ ਤਾਂ ਪਿਛਲੇ ਤਕਰੀਬਨ ਸਾਲ ਡੇਢ ਸਾਲ ਤੋਂ ਕਾਂਗਰਸ ਨੇ ਬਹੁਤ ਇੰਪਰੂਵ ਕੀਤਾ। ਇਲੈਕਸ਼ਨਾਂ ਲੜੀਆਂ, ਠੀਕ ਹੈ, 1-2 ਸਟੇਟਾਂ ਦੇ ਵਿੱਚ ਈਵਨ ਸੀਟਾਂ ਵੀ ਜ਼ਿਆਦਾ ਲੈ ਗਏ, ਫਿਰ ਵੀ ਗਵਰਨਮੈਂਟਸ ਨਹੀਂ ਬਣਾਈ ਕਿਉਂਕਿ ਭਾਜਪਾ ਨੇ ਧੱਕੇ ਨਾਲ ਆਪਣੀ ਸਰਕਾਰ ਬਣਾ ਲਈ। ਹੁਣ ਜੇ ਆਪਾਂ ਦੇਖੀਏ ਤਾਂ ਜਿਹੜੀ ਰੀਸੈਂਟਲੀ 5 ਸਟੇਟਾਂ ਦੀ ਇਲੈਕਸ਼ਨ ਹੋਈ ਹੈ, ਉਹਦੇ ਵਿੱਚ ਬਹੁਤ ਵਧੀਆ ਕਾਰਗੁਜ਼ਾਰੀ ਰਹੀ ਹੈ ਕਾਂਗਰਸ ਦੀ, ਬਹੁਤ ਵਧੀਆ। ਉਹਨੇ ਇੰਪਰੂਵ ਵੀ ਹੋਣਾ ਹੈ ਜੀ। ਭਾਜਪਾ ਦਾ ਉੱਤੇ ਜਾਣ ਦਾ ਕੋਈ ਸਿਸਟਮ ਤਾਂ ਹੈ ਨਹੀਂ, ਕੋਈ ਐਸਾ ਕੰਮ ਨਹੀਂ ਕੀਤਾ। ਜੋ ਕੋਈ ਨੁਕਸਾਨ ਕੀਤਾ ਉਹਨਾਂ ਨੇ ਇੰਨਾ ਜ਼ਿਆਦਾ ਕਰਤਾ ਕਿ ਹਿੰਦੁਸਤਾਨ ਦੀ ਇਕਨੋਮੀ ਦਾ ਪੱਠਾ ਬਹਿ ਗਿਆ। ਸੋ ਡੈਫੀਨੇਟਲੀ ਇਕੱਲੀ ਕਾਂਗਰਸ ਤਾਂ ਨਹੀਂ ਗਵਰਨਮੈਂਟ ਬਣਾਏਗੀ, ਲੇਕਿਨ ਯੂਪੀਏ ਇਹ ਅਗਲੀ ਗਵਰਨਮੈਂਟ ਜ਼ਰੂਰ ਬਣਾਏਗੀ ਜੀ। ਜਿਹੜੀ ਗੱਲ ਰਾਹੁਲ ਗਾਂਧੀ ਜੀ ਕਿ ਉਹਨਾਂ ਦੇ ਵਿੱਚ ਚਿੰਨ੍ਹ ਨਹੀਂ, ਐਸੀ ਨਹੀਂ ਗੱਲ। ਹੀ ਇਜ਼ ਵੈਰੀ ਸਿੰਸੀਅਰ ਨੌਜਵਾਨ ਲੀਡਰ ਨੇ ਸਾਡੇ ਉਹ, ਔਰ ਡੈਫੀਨੇਟਲੀ ਜੇ ਪ੍ਰਿਯੰਕਾ ਜੀ ਉਹਦੇ ਵਿੱਚ ਕੋਆਪਰੇਟ ਕਰ ਸਕਦੀ, ਕੋਈ ਸਾਥ ਦੇ ਸਕਦੀ ਹੈ, ਉਹਨਾਂ ਨੂੰ ਕੋਈ ਹਲਾਸ਼ੇਰੀ ਆਪਣਾ ਦੇ ਸਕਦੀ ਹੈ, ਤੇ ਮੈਂ ਕਹਿੰਦਾ ਕੋਈ ਗਲਤ ਗੱਲ ਨਹੀਂ ਹੈ, ਬਣਦਾ ਵੀ ਹੈ। ਐਂਡ ਸ਼ੀ ਹੈਵ ਟੈਲੈਂਟ ਟੂ attract the people, so she's doing very good and I'm sure that Congress will do much better ਜੀ। ਰਵੀ ਜੀ, ਐਨਡੀਏ ਦੀ ਗੱਲ ਕਰੀਏ, ਇਸ ਗੱਠਜੋੜ ਦੇ ਫੈਸਲੇ ਏਡੇ ਵੱਡੇ ਆਏ, ਕਈ ਨੋਟਬੰਦੀ ਸਾਹਮਣੇ ਖੜੀ ਹੈ, ਰਾਫੇਲ ਜਿਹੜਾ ਉਹਦਾ ਰੌਲਾ ਸਿਰੇ ਤੇ ਪਿਆ, ਹੋਰ ਵੀ ਜਿਹੜੀਆਂ ਵੱਡੀਆਂ ਗੱਲਾਂ ਜਿਹੜੀਆਂ ਨੇ ਭਾਜਪਾ ਦੇ ਸਾਹਮਣੇ ਕਿਤੇ ਨਾ ਕਿਤੇ ਚੁਣੌਤੀਆਂ ਬਣਦੀਆਂ ਜਾ ਰਹੀਆਂ ਨੇ। ਉਹ ਫੈਸਲੇ ਆਮ ਲੋਕਾਂ ਨੂੰ ਕਿਤੇ ਨਾ ਕਿਤੇ ਪਸੰਦ ਨਹੀਂ ਆਏ। ਤੁਹਾਨੂੰ ਲੱਗਦਾ ਕਿ ਉਹ ਖਤਰਾ ਬਣ ਸਕਦੇ ਆ ਭਾਜਪਾ ਵਾਸਤੇ? ਨਹੀਂ ਜੀ, ਆਈ ਥਿੰਕ ਪਹਿਲਾਂ ਤੋਂ ਸਾਰੇ ਪ੍ਰਾਈਮ ਏਸ਼ੀਆ ਦੇ ਵੇਖਣ ਵਾਲੇ ਦਰਸ਼ਕਾਂ ਨੂੰ ਮੇਰੇ ਵੱਲੋਂ ਨਮਸਤੇ, ਸਤਿ ਸ਼੍ਰੀ ਅਕਾਲ, ਥੈਂਕ ਯੂ ਫॉर ਹੈਵਿੰਗ ਮੀ ਔਨ ਦ ਸ਼ੋ। ਔਰ ਦੂਜੀ ਗੱਲ ਆ ਹੈਗੀ ਕਿ ਪ੍ਰਾਈਮ ਮਿਨਿਸਟਰ ਮੋਦੀ ਜੀ ਦੀ ਪਪੂਲੈਰਿਟੀ ਹੈਗੀ ਇਸ ਵੇਲੇ ਇਜ਼ ਐਟ ਦ ਹਾਈਐਸਟ, ਰਾਈਟ। ਆਲਮੋਸਟ 83% ਲੋਕਾਂ ਦੇ ਚੋਇਸ ਨੇ ਉਹ ਪ੍ਰਾਈਮ ਮਿਨਿਸਟਰ ਦੇ ਲਈ। ਔਰ ਭਾਜਪਾ ਹੀ ਇੱਕੋ ਇੱਕ ਪਾਰਟੀ ਹੈਗੀ ਜਿਨਨੇ ਪਹਿਲਾਂ ਹੀ ਡਿਕਲੇਅਰ ਕੀਤਾ ਹੋਇਆ ਹੈ ਕਿ ਜਦੋਂ ਉਹਨਾਂ ਦੀ ਸਰਕਾਰ ਆਂਦੀ ਹੈ ਜਾਂ ਉਹਨਾਂ ਦੇ ਜਿੱਤ ਕੇ ਆਉਂਦੇ ਨੇ ਤਾਂ ਕੌਣ ਪ੍ਰਾਈਮ ਮਿਨਿਸਟਰ ਬਣੂਗਾ। ਬਾਕੀ ਕਿਸੇ ਦਾ ਕੋਈ ਪਤਾ ਨਹੀਂ ਕਿ ਕੌਣ ਪ੍ਰਾਈਮ ਮਿਨਿਸਟਰ ਬਣੂਗਾ, ਕੀ ਜੋ ਠੱਗਬੰਧਨ ਹੋਣਾ ਹੈ ਉਹਦੇ ਵਿੱਚ ਕਿਹੜਾ ਲੀਡਰ ਹੋਊਗਾ, ਕੀ ਹੋਊਗਾ, ਨਹੀਂ ਹੋਊਗਾ। ਦੂਜੀ, ਇੰਡੀਆ ਇਜ਼ ਪੋਇਜ਼ਡ ਟੂ ਬਿਕਮ ਦ ਫਾਸਟੈਸਟ ਗਰੋਇੰਗ ਇਕੋਨਮੀ, the third fastest become economy in the world. By 2030 it might become the fastest economy in the world, even surpassing अपनी चाइना ਨੂੰ ਵੀ ਜੀ। ਸੋ ਜੇ ਰਫੇਲ ਕਰੀ ਜਾ ਰਹੇ ਨੇ, ਸੁਪਰੀਮ ਕੋਰਟ ਨੇ ਕਲੀਨ ਚਿਟ ਦੇ ਦਿੱਤੀ ਹੈਗੀ, ਡਿਫੈਂਸ ਮਿਨਿਸਟਰ ਦੀ ਗੱਲ ਨਹੀਂ ਮੰਨਦੇ, ਕਿਸੇ ਦੀ ਨਹੀਂ ਮੰਨਦੇ, ਕਿਉਂਕਿ ਮੁੱਦਾ ਕੋਈ ਵਿਪਕਸ਼ ਦੇ ਕੋਲ ਹੈਗਾ ਨਹੀਂ।
ਤੇ ਉਹਨਾਂ ਨੇ ਇੱਧਰ ਉੱਧਰ ਦੇ ਮੁੱਦੇ ਪਕੜ ਕੇ ਕਰਨੇ, ਇਹਨਾਂ ਦਾ ਕੋਈ ਅਸਰ ਨਹੀਂ ਹੋਣਾ। ਤੁਸੀਂ ਵੇਖੋਗੇ ਲੋਕੀ ਹੁਣ ਸਿਆਣੇ ਨੇ ਐਂਡ ਭਾਜਪਾ ਸਰਕਾਰ ਤੇ ਮੋਦੀ ਜੀ ਦੀ ਨੇਤਰਤਵ ਦੇ ਵਿੱਚ ਦੁਬਾਰਾ ਸਰਕਾਰ ਬਣਾਉਂਗੇ। ਸੁਦੀਪ ਜੀ, ਆਮ ਆਦਮੀ ਪਾਰਟੀ ਦਿੱਲੀ ਵਿੱਚ ਜੋ ਵੀ ਪਰਫਾਰਮੈਂਸ ਰਹੀ ਹੈ, ਹਾਲਾਂਕਿ ਪੰਜਾਬ ਤੋਂ ਜਿਹੜੇ ਚੁਣ ਕੇ ਐਮਪੀ ਭੇਜੇ ਸੀ ਆਪਸ ਵਿੱਚ ਹੀ ਜੋ ਖਹਿਬਾਜ਼ੀਆਂ ਹੋਈਆਂ ਤੇ ਉਸ ਤੋਂ ਬਾਅਦ ਜਿਵੇਂ ਸਥਿਤੀ ਵਿਗੜੀ, ਪੂਰੇ ਜੇ ਅਸੀਂ ਐਨਆਰਆਈਜ਼ ਦੀ ਗੱਲ ਕਰੀਏ ਜਿੱਥੇ ਵੀ ਵਿਦੇਸ਼ਾਂ ਦੇ ਵਿੱਚ ਬੈਠੇ ਸੀ, ਆਮ ਆਦਮੀ ਪਾਰਟੀ ਦਾ ਇੱਕ ਵੱਡਾ ਵੋਟ ਬੈਂਕ ਬਣ ਸਕਦਾ ਸੀ, ਪਰ ਉਹ ਵੀ ਤਿਲਕਦਾ ਜਾਪਦਾ, ਰੇਤ ਵਾਂਗੂ ਖੁਰਦਾ ਜਾਪਦਾ। ਤੁਹਾਨੂੰ ਕੀ ਲੱਗਦਾ ਕਿ ਆਮ ਆਦਮੀ ਪਾਰਟੀ ਹੁਣ ਕਿੱਥੇ ਖੜੀ ਹੈ? ਸਭ ਤੋਂ ਪਹਿਲਾਂ ਬਹੁਤ ਨਿੱਘੀ ਪਿਆਰ ਬੜੀ ਸਤਿ ਸ਼੍ਰੀ ਅਕਾਲ ਸਾਰੇ ਪ੍ਰਾਈਮ ਏਸ਼ੀਆ ਟੀਵੀ ਦੇ ਵਿਊਅਰਸ ਨੂੰ। ਤੇਜਾ ਸਾਹਿਬ, ਤੁਹਾਡਾ ਸਵਾਲ ਤੁਸੀਂ ਮਲਟੀ ਫੇਸ ਸਵਾਲ ਪੁੱਛਿਆ ਆ। ਜਿਹੜੇ ਬੰਦੇ ਵਲੰਟੀਅਰ ਜੁੜੇ ਸੀ ਆਮ ਆਦਮੀ ਪਾਰਟੀ ਨਾਲ, ਉਹ ਜਿੱਦਾਂ ਕੋਈ ਵੀ ਕੜੀ ਦਾ ਵਾਲ ਸੀਗਾ ਜਦੋਂ ਪੰਜਾਬ ਦੀ ਇਲੈਕਸ਼ਨ ਨੇੜੇ ਸੀ, ਉਹ ਜੁੜੇ ਫਟਾਫਟ, ਬਹੁਤ ਤੇਜ਼ੀ ਨਾਲ ਜੁੜੇ, ਉਹਨਾਂ ਚੋਂ ਕੁਛ ਝੜ ਗਏ। ਪਰ ਜਿਹੜੀ ਜਦੋਂ ਦੀ ਪਾਰਟੀ ਹੋਂਦ ਚ ਆਈ ਆ 2011 ਦੀ 12 ਦੀ, ਮੈਂ ਆਪਣੀ ਜੇ ਮੈਂ ਗੱਲ ਕਰਾਂ, ਮੈਂ ਇੰਡੀਆ ਅਗੇਂਸਟ ਕਰਪਸ਼ਨ ਮੂਵਮੈਂਟ ਦੇ ਨਾਲ ਜੁੜਿਆ ਹੋਇਆ ਹਾਂ। ਮੈਂ ਹਾਲੇ ਵੀ ਆਮ ਆਦਮੀ ਪਾਰਟੀ ਨਾਲ ਖੜਾ ਹਾਂ। ਜਿਹੜੇ ਉਸ ਟਾਈਮ ਤੋਂ ਵਲੰਟੀਅਰ ਜੁੜੇ ਸੀ, ਜਿਹੜੇ 14 ਤੱਕ ਜੁੜੇ ਆ, ਚਲੋ 4 ਐਮਪੀ ਆਪਾਂ ਨੂੰ ਦਿੱਤੇ ਪੰਜਾਬ ਨੇ, ਉਹ ਕਿਤੇ ਨਾ ਕਿਤੇ ਜਿਹੜੇ ਵਲੰਟੀਅਰ ਉਹ ਹਾਲੇ ਵੀ ਆਮ ਆਦਮੀ ਪਾਰਟੀ ਨਾਲ ਖੜੇ ਆ। ਠੀਕ ਆ, ਆਮ ਆਦਮੀ ਪਾਰਟੀ ਇੱਕ ਨਵੀਂ ਪਾਰਟੀ ਆ, 5-6 ਸਾਲ ਪੁਰਾਣੀ ਪਾਰਟੀ ਆ। ਆਪਾਂ ਇੱਥੇ ਬੀਜੇਪੀ ਕਾਂਗਰਸ ਦੀ ਗੱਲਾਂ ਕਰਦੇ ਪਏ, ਜਿਹੜੀ ਇੱਕ ਕਾਂਗਰਸ 100 ਸਾਲ ਪੁਰਾਣੀ ਪਾਰਟੀ ਆ, ਭਾਜਪਾ 50 ਸਾਲ ਪੁਰਾਣੀ ਪਾਰਟੀ ਆ। ਆਮ ਆਦਮੀ ਪਾਰਟੀ ਇੱਕ ਨਵੀਂ ਪਾਰਟੀ ਹੈ, ਬਹੁਤ ਵੱਡੀ ਡੈਮੋਕ੍ਰੇਸੀ ਆ। ਟਾਈਮ ਲੱਗਦਾ ਲੋਕਾਂ 'ਚ ਜਾਣ ਦਾ, ਮੈਸੇਜ ਪਹੁੰਚਾਉਣ ਦਾ। ਠੀਕ ਆ, ਆਪਾਂ ਇੱਕ ਛੋਟੇ ਜਿਹੇ ਟਾਈਮ 'ਚ 3-4 ਬੰਦੇ ਆਪਣੇ ਰਾਜ ਸਭਾ ਭੇਜੇ ਆ, ਸਾਡੇ ਪੰਜਾਬ 'ਚ ਐਮਪੀ ਆਏ ਆ, ਪੰਜਾਬ 'ਚ ਆਪੋਜੀਸ਼ਨ 'ਚ ਹੈਗੇ ਆ, ਦਿੱਲੀ 'ਚ ਸਰਕਾਰ ਬਣਾਈ ਆ। ਸੋ ਜੋ ਪਾਰਟੀ ਕਰ ਸਕਦੀ ਹੈ ਕਰ ਰਹੀ ਆ। ਐਦਾਂ ਨਹੀਂ ਹੈਗਾ ਵੀ ਪਾਰਟੀ ਲੋਲੀਪੌਪ ਬਣ ਰਹੀ ਹੈ, ਜਿੱਦਾਂ ਹੁਣ ਮੋਦੀ ਜੀ ਨੇ ਕਿਸਾਨਾਂ ਨੂੰ ਲੋਲੀਪੌਪ ਬਣ ਦਿੱਤੇ ਆ। ਇਹੀ ਕੰਮ 4.5 ਸਾਲ ਪਹਿਲਾਂ ਕਿਉਂ ਨਹੀਂ ਹੋਏ? ਇਹ ਸਾਰੇ ਜਿਹੜੀ ਕਾਂਗਰਸ ਤੇ ਬੀਜੇਪੀ ਨਾ, ਇਹ ਲੋਕਾਂ ਨੂੰ ਜਿੱਦਾਂ ਕੋਈ ਗੁੰਮਰਾਹ ਕਰ ਰਹੀਆਂ ਆ। ਮੋਦੀ ਸ਼ਾਹ ਜਿਹੜੀ ਜੋੜੀ ਹੈ ਲੋਕਾਂ ਨੂੰ ਰੱਜ ਕੇ ਗੁੰਮਰਾਹ ਕਰ ਰਹੀ ਆ। ਇਹ ਆਪਾਂ ਨੂੰ ਆਉਣ ਵਾਲੇ 50 ਦਿਨਾਂ 'ਚ ਪਤਾ ਲੱਗ ਜਾਣਾ ਵੀ ਕੀ ਹੋ ਰਿਹਾ ਆ। ਸੋ ਲੋਕ ਬੇਵਕੂਫ ਨਹੀਂ, ਟਾਈਮ ਲੱਗ ਰਿਹਾ, ਲੋਕਾਂ ਨੇ ਆਪੇ ਸਮਝ ਆਣਾ ਹੈ। ਆਮ ਆਦਮੀ ਪਾਰਟੀ ਜਿੱਥੇ ਵੀ ਇਲੈਕਸ਼ਨ ਲੜੂਗੀ, ਉੱਥੇ ਆਪਣੀ ਉਹ ਜਿੰਨੇ ਵੀ ਲੋਕਾਂ 'ਚ ਕੰਮ ਕੀਤੇ ਆ, ਉਹਨਾਂ ਦੇ ਬਲਬੂਤੇ ਦੇ ਵੋਟ ਲੈਣੀ ਹੈ, ਨਾ ਕਿ ਜਿਹੜੀ ਵੋਟ ਆ ਉਹ ਖਰੀਦਣੀ ਹੈ ਜਾਂ ਸ਼ਰਾਬ ਦੇ ਕੇ ਲੈਣੀ ਆ। ਪਿੱਛੋਂ ਮੈਂ ਜਾਣਦਾ ਰੰਧਾਵਾ ਸਾਹਿਬ ਦੇ ਕੋਲ ਜਾਣ ਦਾ ਟਾਈਮ ਹੈਗਾ। ਮੈਂ ਸਿਰਫ ਇੰਨਾ ਪੁੱਛਣਾ ਚਾਹੁੰਦਾ ਹਾਂ, ਜੇ ਕਾਂਗਰਸ ਇੰਨੀ ਮਾੜੀ ਹੈਗੀ, ਅਰਵਿੰਦ ਕੇਜਰੀਵਾਲ ਤੋਂ ਗਠਬੰਧਨ ਦੇ ਲਈ ਉਹਦੇ ਲਈ ਵਿਚਾਰੇ ਤੜਪਦੇ ਫਿਰਦੇ ਨੇ, ਕਹਿੰਦੇ ਕਦੇ ਪੰਜਾਬ 'ਚ ਸਾਡੇ ਨਾਲ ਕਰ ਲਓ, ਕਦੇ ਕਹਿੰਦੇ ਦਿੱਲੀ 'ਚ ਕਰ ਲਓ, ਕਦੇ ਉਹ ਰਾਹੁਲ ਗਾਂਧੀ ਦੇ ਕੋਲ ਛੁਪ ਕੇ ਮੀਟਿੰਗਾਂ ਕਰਦੇ ਨੇ। ਪਹਿਲਾਂ ਉਹਨਾਂ ਨੂੰ ਗਾਲਾਂ ਕੱਢਦੇ ਸੀ, ਉਹਨਾਂ ਨਾਲ ਗਠਬੰਧਨ ਕਰ ਦਿੰਦੇ। ਮਤਲਬ ਕੁਛ ਨਾ ਕੁਛ ਤਾਂ ਚਮਤਕਾਰ ਹੋਣਾ ਹੀ ਹੈ। ਜੀ ਇਹਦਾ ਕੋਈ ਜਵਾਬ ਨਹੀਂ। ਜੀ ਬਿਲਕੁਲ, ਤੁਸੀਂ ਆਜੋ ਜੀ ਜਰਾ। ਅਸੀਂ ਐਕਚੁਅਲੀ ਪਤਾ ਕੀ ਹੁੰਦਾ ਜੀ, ਕਈ ਵਾਰੀ ਗਾਲਾਂ ਘਿਓ ਦੀਆਂ ਨਾਲਾਂ ਵਾਂਗੂ ਲੱਗਦੀਆਂ ਨੇ। ਇਹਨਾਂ ਦਾ ਜਦੋਂ ਰਲੇਵਾ ਹੁੰਦਾ ਉਦੋਂ ਤੇ ਘਿਓ ਦੀਆਂ ਨਾਲਾਂ ਬਣ ਜਾਂਦੀਆਂ ਨੇ। ਹਾਂਜੀ, ਸੋ ਇਹ ਜਿਹੜਾ ਹੈ ਨਾ, ਇਹ ਤੇ ਇਹਨਾਂ ਦਾ ਚੱਲਦਾ ਹੀ ਰਹਿਣਾ, ਕਿਉਂਕਿ ਵਿੱਚੋਂ ਤੇ ਹੈਗੀ ਤੇ ਕਾਂਗਰਸ ਦੀ ਪੀ ਟੀਮ ਹੀ ਆ। ਹਾਂਜੀ, ਸੋ ਇਹੋ ਜੀ ਕੋਈ ਗੱਲ ਨਹੀਂ। ਇਹਨਾਂ ਨੇ ਦਿੱਲੀ ਦੇ ਵਿੱਚ ਰਲ ਜਾਣਾ, 3-4 ਲੈ ਲੈਣੀਆਂ ਨੇ, 3 ਉਹਨਾਂ ਦੀਆਂ ਹੋ ਗਈਆਂ, 4 ਉਹਨਾਂ ਦੀਆਂ। ਭੂਆ ਜੀ ਵੀ ਮੰਨ ਗਏ ਨੇ। ਤੇ ਸੋ ਦੇਖੋ ਇਹਨਾਂ ਦਾ ਕੀ ਬਣਦਾ ਹੈ। ਸੋ ਬਾਕੀ ਬਹੁਤ ਚੰਗਾ ਆ, ਇਲੈਕਸ਼ਨਾਂ ਅਨਾਉਂਸ ਹੋ ਗਈਆਂ। ਡੈਮੋਕ੍ਰੇਸੀ ਦੀ ਬਿਊਟੀ ਆ ਕਿ ਸਾਰੇ ਕੰਟਰੀ ਦੇ ਵਿੱਚ ਕਿਹੜੀਆਂ ਪਾਰਟੀਆਂ ਕਿਹੜੇ ਇਲਾਕੇ ਚੋਂ ਕਿੰਨਾ ਯੋਗਦਾਨ ਪਾ ਸਕਦੀਆਂ, ਔਰ ਸੈਂਟਰ ਦੇ ਵਿੱਚ ਇੱਕ ਵਧੀਆ ਸਰਕਾਰ ਬਣੇ, ਇਹੀ ਸਾਡੀ ਤਮੰਨਾ ਸਾਰਿਆਂ ਦੀ। ਪਰ ਅਕਾਲੀ ਦਲ ਦੀ ਜੇ ਗੱਲ ਕਰੀਏ ਤੇ ਅਕਾਲੀ ਦਲ ਨੂੰ ਅਜੇ ਤੱਕ ਵੀ ਬਰਗਾੜੀ, ਕੋਟਕਪੂਰਾ, ਜਿਹੜਾ ਬਹਿਬਲ ਕਲਾਂ, ਇਹ ਜਿਹੜੇ ਉਹ ਮਸਲੇ ਨੇ ਉਹ ਸਾਹਮਣੇ ਇਸ ਤਰ੍ਹਾਂ ਖੜੇ ਨੇ ਕਿ ਉਹ ਠੰਡੇ ਹੋਣ ਦਾ ਨਾਮ ਨਹੀਂ ਲੈ ਰਹੇ ਕਿਸੇ ਵੀ ਤਰੀਕੇ ਨਾਲ। ਅਕਾਲੀ ਦਲ ਉਸ ਮੁੱਦੇ ਤੇ ਸਾਰੇ ਪਾਸੋਂ ਘਿਰਦਾ ਜਾਪਦਾ। ਤੁਹਾਨੂੰ ਕੀ ਲੱਗਦਾ ਉਹਦੇ ਵਿੱਚੋਂ ਫਿਰ ਕਿਵੇਂ ਨਿਕਲੂਗਾ, ਉਭਾਰ ਕਿਵੇਂ ਹੋਊਗਾ? ਵੇਖੋ ਜੀ, ਜਿਹੜੀ ਸ਼੍ਰੋਮਣੀ ਅਕਾਲੀ ਦਲ ਆ, ਇੱਕ ਪੰਥਕ ਜਿਹੜੀ ਇਹ ਹੈਗੀ ਆ ਪਾਰਟੀ ਆ, ਨੋ ਡਾਊਟ ਕਿ ਸਾਰਿਆਂ ਨੂੰ ਨਾਲ ਲੈ ਕੇ ਚੱਲਦੀ ਆ। ਪਰ ਜਿਹੜਾ ਪੰਥਕ ਮੁੱਦੇ ਸਾਰੇ ਨੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹੀ ਲੱਗਦੇ ਆ। ਅਸੀਂ ਜਾਣੇ ਅਣਜਾਣੇ ਦੇ ਵਿੱਚ ਕੋਈ ਵੀ ਭੁੱਲ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਤੋਂ, ਅਸੀਂ 100 ਲੀਕਾਂ ਸਵੇਰੇ ਉੱਠ ਕੇ ਕੱਢੀਏ, ਸਾਨੂੰ ਤਾਂ ਵੀ ਮਾਫੀ ਨਹੀਂ ਮਿਲਦੀ, ਕਿਉਂਕਿ ਅਸੀਂ ਪੰਥਕ ਆ। ਹਾਂਜੀ, ਕਾਂਗਰਸ 36 ਗੁਰਦੁਆਰਿਆਂ ਦੇ ਉੱਤੇ ਅਟੈਕ ਕਰੇ, 84 ਦੇ ਵਿੱਚ ਜੋ ਮਰਜ਼ੀ ਕਰੇ, ਸੈਂਟਰ ਦੇ ਵਿੱਚ ਗਲਾਂ ਦੇ ਵਿੱਚ ਟਾਇਰ ਪਾ ਕੇ ਲੋਕਾਂ ਨੂੰ ਕੋ ਕੇ ਮਾਰੇ, ਫਿਰ ਉਹਨਾਂ ਸਾਰੇ ਲੀਡਰਾਂ ਦੀ ਸਪੋਰਟ ਕਰੇ, ਜਿਹੜੇ ਨੇ ਕਮਲਨਾਥ ਨੂੰ ਆਪਣਾ ਉੱਥੋਂ ਦਾ ਚੀਫ ਮਿਨਿਸਟਰ ਨਵਾਜੇ। ਜੇ ਸਿੱਟ ਨਾ ਬਣਾਉਂਦੀ ਬੀਜੇਪੀ, ਤੇ ਅੱਜ ਜਿਨ੍ਹਾਂ ਨੂੰ ਸਜ਼ਾਵਾਂ ਹੋਈਆਂ ਉਹਨਾਂ ਨੂੰ ਵੀ ਨਹੀਂ ਸੀ ਹੋ ਸਕਦੀਆਂ।
ਹੰਝੂਆਂ ਨਾਲ ਵਿਲਕਦੇ ਲੋਕ ਦਿੱਲੀ ਦੇ, ਕਾਨਪੁਰ ਦੇ ਅਜੇ ਵੀ ਇਹ ਧਾਹਾਂ ਮਾਰ 34 ਸਾਲ ਵਿੱਚੋਂ ਕਹਿ ਰਹੇ ਆ, ਤੇ ਉਹਨਾਂ ਨੂੰ ਪੰਜਾਬ ਵਾਲਿਆਂ ਵੀ ਮਾਫੀ ਦੇ ਦਿੱਤੀ। ਇੱਕ ਪਾਸੇ ਬੀਜੇਪੀ ਦੀ ਸਿੱਟ ਬਣੀ ਹੈ, ਦੂਜੇ ਪਾਸੇ ਜਿਹੜੀ ਪੰਜਾਬ ਦੇ ਵਿੱਚ ਸਿੱਟ ਬਣੀ ਹੈ, ਜਦੋਂ ਉਹ ਕੁਝ ਫੈਸਲੇ ਕਰਦੀ ਉਹ ਸਿੱਟ ਦੇ ਖਿਲਾਫ ਫਿਰ ਅਕਾਲੀ ਦਲ ਕਹਿੰਦਾ ਵੀ ਉਹ ਕੁਝ ਉਹ ਜਾਲੀ ਹੈ। ਨਹੀਂ, ਉਹ ਕਰੇ ਨਾ, ਆਪਣੀ ਰਿਪੋਰਟ ਦੇਵੇ ਜੀ। ਹਾਂਜੀ, ਜੇ ਉਹਨਾਂ ਨੇ ਕਿਸੇ ਨੂੰ ਵੀ ਕਿਸੇ ਲੈਵਲ ਦੇ ਉੱਤੇ ਵੀ ਉਹਨਾਂ ਨੇ ਕੀਤਾ ਹੈ ਤੇ ਬਾਦਲ ਸਾਹਿਬ ਦੇ ਜਾ ਕੇ ਆਪੇ ਪੇਸ਼ ਹੋ ਜਾਂਦਾ ਵੀ ਠੀਕ ਹੈ, ਜੇ ਤੁਸੀਂ ਹੁਣ ਅੰਦਰ ਹੀ ਦੇਣਾ ਤੇ ਦੇ ਲਓ, ਹੋਰ ਕੀ ਫਰਕ ਪੈਣਾ। ਅਸੀਂ ਤਾਂ ਹਰ ਜਿਹੜੀ ਇਹ ਹੈਗੀ ਆ ਸਿੱਟ, ਉਹਦਾ ਸਤਿਕਾਰ ਕਰਦੇ ਆ, ਮਾਣ ਕਰਦੇ ਆ, ਉਹਦੇ ਫੈਸਲੇ ਨੂੰ ਸਾਨੂੰ ਮੰਨਣਾ ਹੀ ਪੈਣਾ, ਕੋਈ ਸਾਡੇ ਕੋਲ ਚੁਆਇਸ ਨਹੀਂ। ਪਰ ਅਸੀਂ ਜਿੰਨੀ ਨਿਮਰਤਾ ਦੇ ਨਾਲ ਰੋਜ਼ ਉੱਠ ਕੇ ਨੱਕ ਨਾਲ ਲਕੀਰਾਂ ਕੱਢਦੇ ਆ ਵੀ ਜਾਣੇ ਅਣਜਾਣੇ ਦੇ ਵਿੱਚ ਜਿਹੜੀ ਸਾਡੇ ਕੋਲ ਭੁੱਲ ਹੋਊਗੀ ਉਹਨੂੰ ਬਖਸ਼ ਦੇ। ਉਹਦੇ ਪਿੱਛੇ ਲਾਲਚ ਸੀ, ਉਹਦੇ ਪਿੱਛੇ ਵੋਟਾਂ ਸਨ, ਉਹਦੇ ਪਿੱਛੇ ਕੁਝ ਸੀ। ਇਸ ਤੋਂ ਤੇ ਹੋਰ ਅਸੀਂ ਕੁਝ ਨਹੀਂ ਕਹਿ ਸਕਦੇ। ਅਸੀਂ ਤੇ ਪੰਜਾਬ ਦੇ ਲੋਕ ਬਖਸ਼ਣਹਾਰ ਨੇ ਕਰਨ। ਰੰਧਾਵਾ ਸਾਹਿਬ ਗੱਲ ਏਦਾਂ ਕਿ ਰੰਧਾਵਾ ਸਾਹਿਬ ਜਦੋਂ ਆਪ ਹੀ ਕਮਿਸ਼ਨ ਬਣਾਇਆ ਬਰਾੜ ਸਾਹਿਬ ਦਾ, ਜੋਰਾ ਸਿੰਘ ਬਰਾੜ ਦਾ, ਔਰ ਉਹ ਜਦੋਂ ਰਿਪੋਰਟ ਆਈ ਕਮਿਸ਼ਨ ਦੀ ਤੇ ਉਹ ਨਾ ਜਨਤਕ ਕੀਤੀ ਨਾ ਕਿਸੇ ਨੂੰ ਦਿਖਾਈ, ਇਹਦਾ ਮਤਲਬ ਸਮਥਿੰਗ ਰੌਂਗ ਸੀਗਾ, ਇਹਨਾਂ ਦੇ ਹੱਕ 'ਚ ਨਹੀਂ ਸੀ ਜੀ। ਜੇ ਫਿਰ ਕਾਂਗਰਸ ਸਰਕਾਰ ਆਈ ਤੇ ਕਾਂਗਰਸ ਸਰਕਾਰ ਨੇ ਇੱਕ ਕਮਿਸ਼ਨ ਬਣਾਇਆ ਤੇ ਉਹਦਾ ਬਾਈਕਾਟ ਕੀਤਾ, ਅਸੀਂ ਮੰਨਦੇ ਹੀ ਨਹੀਂ ਇਹਨੂੰ। ਜੇ ਹੁਣ ਸਿੱਟ ਬਣਾਈ ਹੈ ਤੇ ਸਿੱਟ ਆਪਣੀ ਕਾਰਵਾਈ ਕਰ ਰਹੀ ਹੈ ਤੇ ਉਦੋਂ ਹੀ ਨਹੀਂ ਮੰਨਦੇ। ਇਹ ਤੇ ਜੀ ਕਾਂਗਰਸ ਜਿਹੜੀ ਹੈ ਗੇਮ ਖੇਡਦੀ ਪਈ ਹੈ। ਉਹ ਜਿਹੜੀ ਸਿੱਟ ਬਣਾਈ ਉਹ ਬੜੇ ਇੰਟੈਲੀਜੈਂਟ ਅਫਸਰ ਨੇ, ਉਹ ਬੜੇ ਓਨੈਸਟ ਅਫਸਰ ਨੇ ਜਿਹੜੇ ਇਸ ਕੰਮ ਦੇ ਵਿੱਚ ਲੱਗੇ ਹੋਏ ਆ। ਔਰ ਦੁੱਧ ਪਾਣੀ ਦਾ ਪਾਣੀ ਸਾਹਮਣੇ ਆ ਜਾਣਾ, ਕਸੂਰ ਹੋਇਆ ਵਾ, ਜਿਹਨ ਗਲਤੀ ਕੀਤੀ ਉਹ ਸਜ਼ਾ ਮਿਲਣੀ ਚਾਹੀਦੀ ਹੈ। ਸੋ ਇਹਦੇ ਵਿੱਚ ਦੋ ਰਾਵਾਂ ਤਾਂ ਹੈ ਨਹੀਂ ਕੋਈ। ਜੋ ਸਿੱਟ ਰਿਜ਼ਲਟ ਕੱਢੂਗੀ ਉਹਦੇ ਆਪਣੇ ਮੁਤਾਬਕ ਜੋ ਕੋਰਟ ਦੇ ਵਿੱਚ ਕੇਸ ਜਾਏਗਾ ਤੇ ਆਪਣੇ ਆਪ ਪਤਾ ਲੱਗ ਜਾਊਗਾ ਕਿ ਕੌਣ ਝੂਠਾ ਤੇ ਕੌਣ ਸੱਚਾ। ਕਹਿਣ ਨਾਲ ਤਾਂ ਕੁਝ ਨਹੀਂ ਹੋਣਾ। ਨਹੀਂ ਜੀ, ਇਹ ਜਿਹੜਾ ਹੈ ਨਾ, ਵੇਖੋ ਹੁਣ ਹੱਥ ਦੇ ਵਿੱਚ ਗੁਟਕਾ ਸਾਹਿਬ ਫੜ ਕੇ ਤਲਵੰਡੀ ਸਾਹਿਬਾਂ ਨੂੰ ਮੂੰਹ ਕਰਕੇ ਜਿੰਨੀਆਂ ਵੀ ਚੀਜ਼ਾਂ ਕੀਤੀਆਂ ਉਹਨਾਂ ਨੇ ਪ੍ਰੋਮਿਸ ਕੀਤੇ, ਝੂਠ। ਵੇਖੋ ਸਿਆਸਤ 'ਚ ਝੂਠ ਚੱਲਦਾ, ਪਰ ਆ ਜਿਹੜਾ ਕੁਫਰ ਤੋਲਿਆ ਨਾ, ਇਹ ਨਹੀਂ ਜੇ ਚੱਲਦਾ ਜੀ। ਹਾਂਜੀ, ਔਰ ਗੁਰੂ ਨੂੰ ਹਾਜ਼ਰ ਨਾਜ਼ਰ ਕਰਕੇ ਉਹ ਗੱਲ ਨਹੀਂ ਮੁਕਰੇ ਤੇ ਨਹੀਂ ਇਸ ਗੱਲ ਤੋਂ ਕਿ ਮੈਂ ਨਹੀਂ ਕਿਹਾ। ਔਰ ਉਹ ਪੂਰੀ ਕੋਸ਼ਿਸ਼ ਕਰ ਰਿਹਾ ਕਿ ਉਹ ਜਿਹੜਾ ਕੰਮ ਉਹਨਾਂ ਨੇ ਵਾਅਦੇ ਕੀਤੇ ਲੋਕਾਂ ਨਾਲ, ਉਹਨਾਂ ਨੂੰ ਅੱਜ ਤੱਕ ਕਦੀ ਇੱਕ ਨਵਾਂ ਪੈਸਾ ਕਿਸੇ ਸਰਕਾਰ ਨੇ ਕਿਸਾਨਾਂ ਨੂੰ ਦਿੱਤਾ, ਕਿਸੇ ਦਾ ਕਰਜ਼ਾ ਮਾਫ ਕੀਤਾ ਪੂਰਾ ਕਰਕੇ ਡਰੱਗ ਲੋਡ ਤੇ ਫੜ ਲਓ। ਨਹੀਂ, ਸਭ ਕੁਝ ਫੜਿਆ ਜਾਣਾ। ਕਿਸਾਨਾਂ ਨੂੰ ਲੱਗਦਾ, ਕਿਸਾਨਾਂ ਨੂੰ ਲੱਗਣਾ ਇਹ ਮੂੰਹ 'ਚ ਪਾਣ ਵਾਲੀ ਗੱਲ ਨਹੀਂ ਹੈ। ਜਿਹੜੇ ਡਰੱਗ ਲੋਡ ਨੇ ਨਾ, ਦੇਖਿਓ ਤੁਸੀਂ ਕਿ ਉਹ ਜਦੋਂ ਸਿੱਟ ਦੇ ਵਿੱਚੋਂ ਰਿਜ਼ਲਟ ਨਿਕਲਣਾ ਨਾ, ਉਹਦੇ ਵਿੱਚੋਂ ਸਭ ਕੁਝ ਸਾਹਮਣੇ ਆ ਜਾਣਾ। ਔਰ ਉਹਨਾਂ ਨੇ ਕੈਪਟਨ ਸਾਹਿਬ ਨੇ ਕਿਸੇ ਨੂੰ ਨਾ ਤਾਂ ਕਿਸੇ ਨਾਲ ਰਾਇ ਕਰਨੀ ਹੈ ਤੇ ਨਾ ਕਿਸੇ ਨੂੰ ਛੱਡਣਾ। ਉਹ ਨਹੀਂ ਚਾਹੁੰਦੇ ਕਿ ਮੈਂ ਆਪਣੇ ਸਿਰ ਤੇ ਲਵਾਂ ਕਿ ਮੈਂ ਪੋਲੀਟੀਕਲ ਵਿਦਾਂਤਾ ਕਰ ਰਿਹਾ। ਹੀ ਇਜ਼ ਨਾਟ ਗੋਇੰ ਟੂ ਡੂ ਦੈਟ, ਬਟ ਐਵਰੀਥਿੰਗ ਜਿਹੜੀ ਉਹਨਾਂ ਨੇ ਪ੍ਰੋਮਿਸ ਕੀਤੇ ਸਾਰੇ ਪੂਰੇ ਕਰ। ਸੁਦੀਪ ਜੀ ਇਹਦੇ ਵਿੱਚ ਕੁਝ ਐਡ ਕਰਨਾ ਚਾਹੁੰਦੇ ਸੀ ਜੀ? ਦੇਖੋ ਜੀ, ਮੈਂ ਤਾਂ ਉਹੀ ਗੱਲ ਕਹਿ ਰਿਹਾ ਆ। ਪਹਿਲਾਂ ਤਾਂ ਮੈਂ ਚਲੋ ਰਵੀ ਜੀ ਦੀ ਗੱਲ ਦਾ ਆਨਸਰ ਕਰ ਦਿੰਦਾ ਆ। ਪਾਰਟੀਆਂ ਦੋਨੋਂ ਹੀ ਲੋਕਾਂ ਨੇ ਵੇਖੀਆਂ ਆ, ਬਟ ਰਾਈਟ ਨਾਓ ਜੋ ਬੀਜੇਪੀ ਨੇ ਮਾਹੌਲ ਬਣਾ ਦਿੱਤਾ ਕੰਟਰੀ 'ਚ, ਉਹ ਕੇਜਰੀਵਾਲ ਸਾਹਿਬ ਨੂੰ ਲੱਗਦਾ ਵੀ ਕਿਤੇ ਨਾ ਕਿਤੇ ਬੀਜੇਪੀ ਨੂੰ ਨੱਥ ਪਾਉਣ ਲਈ ਕਹਿ ਲਓ ਵੀ ਕਾਂਗਰਸ ਦੇ ਨਾਲ ਜੇ ਸਮਝੌਤਾ ਹੋ ਕੇ ਵੋਟਾਂ ਨਾ ਟੁੱਟਣ, ਤਾਂ ਕਿਤੇ ਨਾ ਕਿਤੇ ਮੋਦੀ ਸ਼ਾਹ ਜਿਹੜਾ ਇੱਕ ਜੋੜੀ ਆ ਜਿਹਨੇ ਲੋਕਾਂ ਨੂੰ ਬੇਹੱਦ ਝੂਠ ਬੋਲਿਆ ਆ। ਤੁਸੀਂ ਡੀਮੋਨੇਟਾਈਜੇਸ਼ਨ ਲੈ ਲਓ, ਤੁਸੀਂ GST ਲੈ ਲਓ, ਤੁਸੀਂ ਅਨਪਲੋਇਮੈਂਟ ਦੀ ਲੈ ਲਓ ਵੀ ਜੌਬ ਨਹੀਂ ਹੈਗੀ। ਹੁਣ ਰਾਫੇਲ ਦਾ ਕੰਮ ਚੱਲਦਾ ਪਿਆ, ਹੁਣ ਨਵਾਂ ਜਿਹੜਾ 에ਅਰ ਸਟ੍ਰਾਈਕ ਕੀਤੀ ਆ, ਸਰਜੀਕਲ ਸਟ੍ਰਾਈਕ ਕੁਝ ਨਹੀਂ ਹੈਗਾ। ਉਹ ਵੀ ਇੱਕ ਸਟੇਟਸ ਆਇਆ ਸੀ ਵੀ ਜਿੰਨੇ ਬੰਦੇ ਬਾਲਾਕੋਟ 'ਚ ਮਰੇ ਆ, ਰੱਬ ਉਹਨੀਆਂ ਸੀਟਾਂ ਦੇ ਰਵੇ ਬੀਜੇਪੀ ਨੂੰ, ਕਿਉਂਕਿ ਪਤਾ ਹੀ ਨਹੀਂ ਕਿੰਨੇ ਬੰਦੇ ਮਰੇ, 10-20 ਬੰਦੇ ਕਿੰਨੇ ਮਰੇ ਆ। ਸੋ ਕਹਿਣ ਦਾ ਮਤਲਬ ਆ ਵੀ ਜਿਹੜੇ ਇਹਨਾਂ ਨੇ ਇੰਨਾ ਕੁ ਗੁੰਮਰਾਹ ਕਰਤਾ ਲੋਕਾਂ ਨੂੰ, ਝੂਠ ਤੇ ਝੂਠ ਬੋਲਿਆ ਆ, ਉਹ ਕੇਜਰੀਵਾਲ ਸਾਹਿਬ ਸੋਚਦੇ ਆ ਵੀ ਜੇ ਉਹ ਸਮਝੌਤਾ ਹੋ ਕੇ ਇਹਨਾਂ ਦੋਨਾਂ ਤੋਂ ਜੋੜੀ ਤੋਂ ਨਜਾਕਤ ਹੋ ਜਾਵੇ ਹਿੰਦੁਸਤਾਨ ਦੀ, ਤਾਂ ਚਲੋ ਕਿਤੇ ਨਾ ਕਿਤੇ ਸ਼ਾਇਦ ਭਲਾਈ ਹੋ ਜਾਵੇ। ਬਾਕੀ ਪਾਰਟੀ ਕਾਂਗਰਸ ਵੀ ਪਤਾ ਹੈ ਕੀ ਆ, ਕੋਈ ਬੀ ਟੀਮ ਨਹੀਂ ਆ, ਸਿਰਫ ਇੱਕ ਟਾਈਮ ਦੀ ਗੱਲ ਆ। ਜਦੋਂ ਮੈਸੇਜ ਲੋਕਾਂ ਦੇ ਘਰ ਘਰ ਪਹੁੰਚ ਗਿਆ ਵੀ ਆਮ ਆਦਮੀ ਪਾਰਟੀ ਲੋਕਾਂ ਦੇ ਨਾਲ ਖੜੀ ਆ, ਲੋਕਾਂ ਦੀ ਹਿੱਤਾਂ ਦੀ ਗੱਲ ਕਰਦੀ ਆ, ਆਊਗਾ ਟਾਈਮ, ਚਾਹੇ ਟਾਈਮ ਲੱਗੂਗਾ, ਦੇਰ ਆ ਪਰ ਨੇਰ ਨਹੀਂ ਹੈਗੀ। 10 ਸਾਲ ਲੱਗਣ, 15 ਸਾਲ ਲੱਗਣ, ਟਾਈਮ ਆਊਗਾ ਜਦੋਂ ਸਰਕਾਰ ਬਣੂਗੀ। ਤਾਂ ਦਿੱਲੀ 'ਚ ਬਣੀ ਆ ਤੇ ਪੂਰਨ ਰਾਜੇ ਵਾਲੀ ਜਿਹੜੀ ਗੱਲ ਕੀਤੀ ਕੇਜਰੀਵਾਲ ਚੱਕਦੇ ਪਏ ਆ। ਸੋ ਉਹ ਦੋਨੋਂ ਪਾਰਟੀਆਂ ਵਾਅਦੇ ਕਰਦੀਆਂ ਫਿਰ ਮੁੱਕਰ ਜਾਂਦੀਆਂ ਆ। ਦੇਖੋ ਜੀ, ਜਿਹੜੀ ਤੇ ਨਾ ਆਪਣਾ ਆਮ ਆਦਮੀ ਪਾਰਟੀ ਦੀ ਗੱਲ, ਇਹ ਨਾਲ ਤਾਂ ਹਰ ਇੱਕ ਦੇ ਖੜੇ ਆ, ਈਵਨ ਕਾਂਗਰਸ ਦੇ ਵੀ ਨਾਲ ਹੀ ਖੜੇ ਨੇ। ਹਾਂਜੀ, ਦੂਜੇ ਬੰਨੇ ਵੀ ਆਪਣੇ ਨਾਲ ਨਹੀਂ ਕਿਸੇ ਨੂੰ ਖੜਨ ਦਿੰਦੇ। ਆਪਣੇ ਘਰ ਜਿੰਨੇ ਆਪਣੇ ਮੈਂਬਰ ਨੇ ਉਹਨਾਂ ਨੂੰ ਵੀ ਨਾਲ ਨਹੀਂ ਖੜਨ ਦਿੰਦੇ। ਪ੍ਰਸ਼ਾਦ ਭੂਸ਼ਣ ਗਿਆ, ਕਿਸੇ ਦਾ ਨਾਂ ਲੈ ਲਓ। ਹਾਂਜੀ, ਸੁੱਚਾ ਸਿੰਘ ਛੋਟੇਪੁਰ ਤੋਂ ਲੈ ਕੇ ਬਾਰਡਰ ਤੋਂ ਲੱਗ ਕੋ ਕੰਨਿਆ ਕੁਮਾਰੀ ਤੱਕ ਨਾਲ ਨਹੀਂ ਖੜਨ ਦਿੱਤਾ ਇਹਨਾਂ ਨੇ ਕਿਸੇ ਨੂੰ। ਵੈਸੇ ਹਰ ਇੱਕ ਦੇ ਨਾਲ ਖੜੇ ਨੇ। ਮਤਲਬ ਆ ਮੰਨਣਾ ਪਊਗਾ ਜੀ ਕਿ ਇੱਕ ਤੋਂ ਹੈ ਨਾ, ਜਿੱਦਾਂ ਆਪਾਂ ਗੱਲ ਕਰਦੇ ਨੇ
ਕਿ ਇਹਨਾਂ ਦੀ ਬਰੇਵਰੀ ਹੈਗੀ ਜੀ ਜੇ ਅਰਵਿੰਦ ਕੇਜਰੀਵਾਲ ਨੂੰ ਡਿਫੈਂਡ ਕਰਦੇ ਨੇ ਇਸ ਵੇਲੇ ਤਾਂ ਮਤਲਬ ਬਹੁਤ ਮੈਂ ਇਹਨਾਂ ਦੀ ਮਤਲਬ ਉਹਦਾ ਸ਼ਿਫਤਾ ਕਰਾਂਗਾ ਕਿ ਆਈ ਵਿਸ਼ ਟੂ ਕੰਗ੍ਰੈਚੁਲੇਟ ਔਨ ਯੋਰ ਕਰੇਜ। ਪਰ ਰਵੀ ਜੀ ਇੱਕ ਸਵਾਲ ਇਹਦੇ ਚ ਮੇਰਾ ਨਿਕਲਦਾ ਜਿਵੇਂ ਮੈਂ ਸੰਦੀਪ ਪਹਿਲਾਂ ਨੇ ਇਹਨਾਂ ਦਾ ਜਵਾਬ ਦੇ ਦਾਂ ਜੀ ਪਹਿਲਾਂ ਨਾ ਕਿ ਮੋਦੀ ਸ਼ਾਹ ਦੀ ਜੋੜੀ ਤੋਂ ਮੋਦੀ ਜੀ ਇਲੈਕਟਡ ਹੈਗੇ ਹੈ ਨਾ। ਮੋਦੀ ਜੀ ਉੱਪਰੋਂ ਕਿਸੇ ਦੇ ਨਾਂ ਤੇ ਨਹੀਂ ਆਏ ਕਿ ਉਹ ਇਲੈਕਟ ਹੋ ਕੇ ਆਏ ਨੇ, ਲੋਕਾਂ ਨੇ ਚੁਣੇ ਸੀ। ਦੂਜੇ ਜੋ ਅਮਿਤ ਸ਼ਾਹ ਜੀ ਹੈਗੇ ਉਹ ਪਾਰਟੀ ਪ੍ਰੈਜ਼ੀਡੈਂਟ ਹੈਗੇ। ਜਦੋਂ ਪਾਰਟੀ ਕੰਮ ਕਰਦੀ ਦੋਨੋਂ ਹੀ ਕੰਮ ਕਰਦੇ ਨੇ, ਜਦ ਦੋਨੋਂ ਕੰਮ ਕਰਦੇ ਨੇ ਲੋਕਾਂ ਨੂੰ ਬੁਰਾ ਵੀ ਲੱਗਣਾ ਹੈ ਜੋ ਦੂਜੀ ਪਾਰਟੀਆਂ ਹੈਗੀ। ਤੇ ਮੋਦੀ ਸ਼ਾਹ ਨਹੀਂ ਹੈਗੇ ਪਾਰਟੀ ਦੇ ਵਿੱਚ, ਬਹੁਤ ਲੋਕੀ ਹੈਗੇ ਜੋ ਨਿਰਮਲਾ ਸੀਤਾਰਮਨ, ਜਿੰਨੇ ਤੁਸੀਂ ਆਪਣੇ ਕੈਬਨਿਟ ਮਿਨਿਸਟਰ ਦੇਖ ਲਓ, ਜੋ ਮਨੋਹਰ ਪਾਰੇਕਰ, ਨਿਤਿਨ ਗਡਕਰੀ, ਜਿੰਨੇ ਰਾਜਵਰਧਨ ਰਾਠੌਰ, ਸੁਸ਼ਮਾ ਸਵਰਾਜ, they have illuminaries like ਜਿਨ੍ਹਾਂ ਦਾ ਐਕਸਪੀਰੀਅੰਸ ਹੈਗਾ, ਜਿਨ੍ਹਾਂ ਨੂੰ ਦੇਸ਼ ਦੇ ਲਈ ਕੰਮ ਕੀਤਾ। ਤੇ ਜਦੋਂ ਗੱਲ ਕਰਦੇ ਆ ਪੀਪਲ ਆਰ ਵੈਰੀ ਹੈਪੀ। ਔਰ ਦੂਜੀ ਗੱਲ ਜੇ ਨਹੀਂ ਖੁਸ਼ ਹੋਏ ਅਰਵਿੰਦ ਕੇਜਰੀਵਾਲ ਨਾਲ ਖੁਸ਼ ਹੋਣਾ ਹੈ ਤਾਂ ਉਹਨਾਂ ਨੇ ਅਰਵਿੰਦ ਕੇਜਰੀਵਾਲ ਨੂੰ ਪਾ ਦੇਣੀ ਹੈ। ਸਾਡੇ ਇੱਥੇ ਗੱਲਾਂ ਕਰਨ ਦਾ ਤਾਂ ਮਤਲਬ ਆਹੀ ਹੈ ਲੋਕਾਂ ਨੂੰ ਸਹੀ ਗੱਲ ਦੱਸਣ ਦੇ ਬਾਰੇ। ਪਰ ਇੱਕ ਜਿਹੜਾ ਦੇਸ਼ ਦੇ ਵਿੱਚ ਮਾਹੌਲ ਬਣਿਆ ਸੀ ਪਿਛਲੇ ਸਮੇਂ ਦੇ ਵਿੱਚ, ਇੱਕ ਡਰ ਦਾ ਮਾਹੌਲ ਕਿ ਕੋਈ ਆਪਣੀ ਮਰਜ਼ੀ ਨਾਲ ਕੁਝ ਖਾ ਨਹੀਂ ਸਕਦਾ, ਉਹ ਜਦੋਂ ਲੋਕਾਂ ਨੂੰ ਮਾਰਿਆ ਗਿਆ ਉਹ ਮਾਹੌਲ ਕਿਉਂ ਕ੍ਰੀਏਟ ਹੋ ਗਿਆ ਪੂਰੇ ਦੇਸ਼ ਦੇ ਵਿੱਚ? ਉਹ ਪਹਿਲਾਂ ਕਦੀ ਇਸ ਤਰ੍ਹਾਂ ਦੀ ਚੀਜ਼ ਨਹੀਂ ਸੀ ਆਈ ਹੁੰਦੀ ਜੀ ਸਿਲੈਕਟਿਵ ਆਊਟਰੀਚ ਜਿਹਨੂੰ ਕਹਿੰਦੇ ਨਾ। ਜਦੋਂ ਅਸੀਂ ਇੱਧਰ ਬੈਠ ਕੇ ਆਰਾਮ ਨਾਲ ਪਿਆਰ ਨਾਲ ਗੱਲਾਂ ਕਰਾਂਗੇ ਤੇ ਪ੍ਰੋਗਰਾਮ ਕੋਈ ਨਹੀਂ ਕਿਸੇ ਨੇ ਨਹੀਂ ਵੇਖਣਾ। ਜੋ ਕਿਸੇ ਨੇ ਕੁਝ ਇੱਕ ਦੂਜੇ ਦੇ ਥੋੜਾ ਬਹੁਤਾ ਹੈ ਨਾ ਮਾਈਕ ਛੀਨਣਾ ਹੈ ਜਾਂ ਜ਼ੋਰ ਨਾਲ ਬੋਲਣਾ ਹੈ ਤਾਂ ਤੁਹਾਡੀ ਵੀ ਟੀਆਰਪੀ ਵਧਣੀ ਹੈ। ਤੇ ਉੱਥੇ ਕੀ ਹੁੰਦਾ ਹੈ ਜਦੋਂ ਸ਼ਾਂਤੀ ਭਾਵ ਨਾਲ ਚੱਲ ਰਿਹਾ ਹੁੰਦਾ ਹੈ ਕੰਮ। ਤੇ ਮੈਂ ਤੁਹਾਨੂੰ ਸਿਰਫ 2-3 ਐਗਜ਼ਾਮਪਲ ਦਿੰਦਾ। ਜਦੋਂ ਬੜੇ ਜਸਟਿਸ ਫॉर ਆਸਿਫਾ ਦਾ ਹੋਇਆ ਸੀ ਉੱਥੇ ਨਾ, ਜਦੋਂ ਉਹ ਹੋਇਆ ਸੀ ਬੜੀ ਆਊਟਰੀਚ ਹੋਈ ਸੀ, ਉਹਦਾ ਰਿਜ਼ਲਟ ਕੀ ਨਿਕਲਿਆ ਕਿਸੇ ਨੂੰ ਪਤਾ? ਜੋ ਬੀਫ ਦਾ ਜੋ ਤੁਸੀਂ ਕਹਿੰਦੇ ਨੇ ਖਾਣ ਨਾਲ ਸਾਰਾ ਲੋਕਾਂ ਨੂੰ ਡਰ ਲੱਗਦਾ ਹੈ, ਜੇ ਡਰ ਲੱਗਦਾ ਹੁੰਦਾ ਤੇ ਉਹਦਾ ਕੀ ਨਿਕਲ ਕੇ ਆਇਆ ਕਿਸੇ ਨੂੰ ਪਤਾ ਹੈ? ਤੁਸੀਂ ਦੱਸ ਸਕਦੇ ਹੋ, ਤੁਹਾਨੂੰ ਪੁੱਛੂਗਾ ਦੋਨੋਂ ਦੇ ਬਾਰੇ ਕੀ ਰਿਜ਼ਲਟ ਉਹਨਾਂ ਦਾ ਦੋਨੋਂ ਦਾ ਰਿਹਾ। ਦੂਜਾ ਕਿ ਜੇ ਇੰਨਾ ਡਰ ਲੱਗਦਾ ਤੇ ਰੋਜ਼ ਟੀਵੀ ਚੈਨਲ ਤੇ ਬੈਠੇ ਲੋਕੀ ਮੋਦੀ ਜੀ ਨੂੰ ਗਾਲੀਆਂ ਕੱਢੀ ਜਾਂਦੇ ਨੇ, ਇੰਨਾ ਡਰ ਹੁੰਦਾ ਤੇ ਕੋਈ ਇਦਾਂ ਦਾ ਕਹਿ ਸਕਦਾ ਜੋ ਇਲੈਕਟਡ ਪ੍ਰਾਈਮ ਮਿਨਿਸਟਰ ਹੈਗਾ ਉਹਨੂੰ ਡਰ ਹੈਗਾ ਆਪਣੇ ਕਾਂਗਰਸ ਦੇ ਵਿੱਚ, ਜਿੱਥੇ ਤੁਸੀਂ ਰਾਹੁਲ ਗਾਂਧੀ ਨੂੰ, ਪ੍ਰਿਯੰਕਾ ਗਾਂਧੀ ਨੂੰ ਕੁਝ ਬੋਲ ਨਹੀਂ ਸਕਦੇ, ਸਿੱਧਾ ਪਾਰਟੀ ਪ੍ਰੈਜ਼ੀਡੈਂਟ ਬਣਦੇ ਨੇ, ਸਿੱਧਾ ਉਹ ਆ ਕੇ ਜਨਰਲ ਸੈਕਟਰੀ ਬਣ ਗਈ। ਮਤਲਬ ਉਹਦੇ ਜੇ ਤੁਹਾਡਾ ਨਾਂ ਗਾਂਧੀ ਹੈਗਾ ਤੇ ਤੁਹਾਡੀ ਚੱਲੂਗੀ ਉੱਥੇ। ਹੁਣ ਵੀ ਇਲੈਕਸ਼ਨ ਤੋਂ ਪਹਿਲਾਂ ਪ੍ਰਿਯੰਕਾ ਵਾਡਰਾ ਗਾਂਧੀ ਬਣ ਗਈ, ਉਸ ਤੋਂ ਪਹਿਲਾਂ ਪ੍ਰਿਯੰਕਾ ਵਾਡਰਾ ਸੀ। ਜੀਜਾ ਜੀ ਨੇ ਜੋ ਕੀਤਾ ਉਹ ਸਾਰਿਆਂ ਨੂੰ ਪਤਾ ਹੀ ਹੈਗਾ ਹੈ ਨਾ। ਹੁਣ ਕਹਿੰਦੇ ਉਹ ਇਲੈਕਸ਼ਨ 'ਚ ਵੀ ਆ ਜਾਣਾ ਹੈ। ਦੂਜੇ ਆਪਣੇ ਕੇਜਰੀਵਾਲ ਜੀ ਹੈਗੇ, ਕੇਜਰੀਵਾਲ ਦੀ ਸੱਚਾਈ ਦਾ ਆ ਹੈਗਾ ਜੋ ਕਹਿੰਦੇ ਨੇ ਉਸ ਤੋਂ ਉਲਟੀ ਕਰਦੇ ਨੇ। ਮੈਂ ਇਲੈਕਸ਼ਨ ਨਹੀਂ ਲੜੂੰਗਾ ਕਦੇ, ਮੈਂ ਕਿਸੇ ਪਾਰਟੀ ਨਾਲ ਗਠਬੰਧਨ ਨਹੀਂ ਕਰੂੰਗਾ, ਮੈਂ ਕਦੇ ਵੀ ਪਬਲਿਕ ਪੋਸਟ ਨਹੀਂ ਲਊਂਗਾ। ਹੁਣ ਤੁਸੀਂ ਵੇਖ ਲਓ ਕਿ ਮੈਂ ਆਪਣੇ ਨਿਆਣਾ ਦੀ ਕਸਮ ਖਾਂਦਾ ਮੈਂ ਰਾਜਨੀਤੀ ਦੇ ਵਿੱਚ ਕਦਮ ਨਹੀਂ ਰੱਖੂੰਗਾ। ਤੇ ਮਤਲਬ ਆ ਸਾਰਿਆਂ ਦੇ ਅੱਗੇ ਹੈਗਾ ਕੀ ਹੋ ਰਿਹਾ ਹੁਣ ਉੱਥੇ। ਤੇ ਬਾਕੀ ਤਾਂ ਤੁਸੀਂ ਅਤੇ ਦਰਸ਼ਕ ਸਾਰੇ ਸਮਝਦਾਰ ਨੇ ਜੀ। ਕਮਲ ਜੀ ਜਵਾਬ ਦੇਣਗੇ ਤੁਹਾਡੇ। ਦੇਖੋ ਜਿਹੜੀ ਗੱਲ ਭਾਈ ਸਾਹਿਬ ਕਰ ਰਹੇ ਆ ਤੇ ਮੋਦੀ ਸਾਹਿਬ ਨੂੰ ਕੀ ਗਾਲਾਂ ਕੱਢਦੇ ਆ। ਇਲੈਕਸ਼ਨ ਆ ਗਈ ਨੇੜੇ, ਵੋਟਾਂ ਪੈ ਲੈਣ ਦਿਓ। ਮੋਦੀ ਸਾਹਿਬ ਨੂੰ ਕਿਤੇ ਮੂੰਹ ਦਿਖਾਉਣ ਨੂੰ ਥਾਂ ਨਹੀਂ ਮਿਲਣਾ ਜੀ। ਐਦਾਂ ਦੇ ਤਜਰਬੇ ਕੀਤੇ ਉਹਨਾਂ ਨੇ ਕਿ ਮੋਦੀ ਦੀ ਇਕਨੋਮੀ ਤਬਾਹ ਕਰਤੀ ਹੈ। ਜਿਹੜੀ ਨੋਟੀਫਿਕੇਸ਼ਨ ਕੀਤੀ ਹੈ ਨੋਟਬੰਦੀ, 35 ਲੱਖ ਯੂਨਿਟ ਕਾਰਖਾਨੇ ਛੋਟੇ ਮੋਟੇ ਜਿਹੇ 'ਚ 2 ਤੋਂ ਲੈ ਕੇ 20 ਬੰਦੇ ਕੰਮ ਕਰਦੇ ਸੀ, ਉਹ ਯੂਨਿਟ ਬੰਦ ਹੋ ਗਏ। ਉਹਦੇ ਵਿੱਚ 4 ਕਰੋੜ ਜੌਬਸ ਜਿਹੜੀਆਂ ਲੋਕਾਂ ਦੀਆਂ ਰੁਣ ਹੋ ਗਈਆਂ। 100 ਤੋਂ ਵੱਧ ਲੋਕ ਲਾਈਨਾਂ 'ਚ ਖਲੋਤੇ ਆਪਣੇ ਬੈਂਕ 'ਚ ਪੈਸੇ ਜਮ੍ਹਾਂ ਕਰਾਉਣ ਲੈਣ ਗਏ, ਉਹ ਲੈਣ ਗਏ ਉੱਥੇ ਲਾਈਨ 'ਚ ਹੀ ਮਰ ਗਏ। ਮੈਂ ਉਹ ਬੰਦਿਆਂ ਦੀ ਜਿਹੜੀ ਡੈਥ ਹੈ ਉਹਦੇ ਵਾਸਤੇ ਮੋਦੀ ਸਾਹਿਬ ਨੂੰ ਮਤਲਬ ਅਕਾਊਂਟੇਬਲ ਸਮਝਦਾ ਕਿ ਹੀ ਇਜ਼ ਰਿਸਪੌਂਸਿਬਲ ਫॉर ਐਟਲੀਸਟ ਉਹਨਾਂ ਦਾ ਮਰਡਰ ਹੋਇਆ ਜਿਹੜਾ, ਔਰ ਇਹਨਾਂ ਦੇ ਗਲਤ ਤਜਰਬੇ ਕਰਕੇ ਹੋਇਆ। ਔਰ ਇਕਨੋਮੀ ਜਿਹੜੀ ਸੀ ਅਸੀਂ 15-15 ਲੱਖ ਰੁਪਏ ਤੁਹਾਡੇ ਅਕਾਊਂਟ 'ਚ ਲਿਆ ਕੇ ਪਾਵਾਂਗੇ, ਬਾਹਰੋਂ ਲੈ ਕੇ ਪੈਸੇ ਆਵਾਂਗੇ, ਕਾਲਾ ਧਨ ਲਿਆਵਾਂਗੇ। ਕੋਈ ਕਿਸੇ ਦੀ ਜਿੰਨੀਆਂ ਮਰਜ਼ੀ ਗੱਲਾਂ ਉਹਨਾਂ ਜਿਹਨੇ ਕੋਈ ਨਹੀਂ ਕਰ ਸਕਦਾ। ਵੈਰੀ ਗੁੱਡ ਐਕਟਰ। ਉਹ ਉਸ ਚੀਜ਼ ਤੋਂ ਮੁੱਕਰ ਵੀ ਚੁੱਕੇ ਉਸ ਚੀਜ਼ ਤੋਂ 15 ਲੱਖ। ਦੇਖੋ ਜੋ ਮੁੱਕਰਨਾ ਤਾਂ ਹੈਗਾ ਹੀ ਹੈ, ਜਿਹਨੂੰ ਕਰ ਨਹੀਂ ਕੋਈ ਸਕਣਾ ਤਾਂ ਮੁੱਕਰਨਾ ਹੀ ਹੈ। ਕਰਨਾ ਕੀ ਹੈ? ਤੁਹਾਡਾ ਜਵਾਬ ਸਤਿਆਨਾਸ਼ ਕਰਕੇ ਰੱਖ ਦਿੱਤਾ ਜੀ। ਰਵੀ ਜੀ ਜੀ ਇਕਨੋਮੀ ਇਜ਼ ਡੂਇੰਗ ਵੈਲ, ਈਜ਼ ਆਫ ਡੂਇੰਗ ਬਿਜ਼ਨਸ ਦੇ ਵਿੱਚ 2014 ਦੇ ਵਿੱਚ 117 ਨੰਬਰ ਤੇ ਸੀ, ਹੁਣ 77 ਨੰਬਰ ਤੇ ਹੈਗੇ। ਸਾਰਿਆਂ ਨੂੰ ਪਤਾ ਹੈ ਇੰਡੀਆ ਦਾ ਰਸੂਖ ਜੋ ਸਾਰੇ ਦੇਸ਼ਾਂ ਦੇ ਵਿੱਚ ਕੀ ਹੈਗਾ। like the passport value of us NRIs has improved manifold। ਠੀਕ ਹੈ ਜੀ। ਦੂਜੀ ਗੱਲ ਕਾਂਗਰਸ ਦੇ ਬਾਰੇ ਆਪਾਂ ਗੱਲ ਕਰਦੇ ਹਾਂ
ਮੈਂ ਫਿਰ ਇਹਨਾਂ ਦੀ ਸਿਫਤਾਂ ਕਰਦਾ ਹਾਂ ਕਾਂਗਰਸ ਦੀ, ਮਤਲਬ ਉਹ ਕਰ ਰਹੇ ਨੇ ਤੇ ਕੱਟੜ ਕਾਂਗਰਸੀ ਹਾਂ ਹਾਂ, ਤੇ ਵਧਾਈ ਦੇ ਪਾਤਰ ਨੇ ਕਿ ਇਦਾਂ ਦੇ ਵਰਕਰ ਹੈ ਨਾ ਸਿੰਗਲਾ ਸਾਹਿਬ ਤੇ ਭਾਜੀ ਦੇ ਹੈ ਨਾ ਸਾਰਿਆਂ ਨੂੰ ਦੇਣ ਕਿ ਐਟ ਦਾ ਜਦੋਂ ਪਾਰਟੀ ਦੇ ਕੁਝ ਹੈਗਾ ਹੀ ਨਹੀਂ ਜੀ, ਉਹਦੇ ਇਲਾਵਾ ਵੀ ਆਪਣੇ ਵਿਊਜ਼ ਵਿਅਕਤ ਕਰ ਰਹੇ ਨੇ, ਸਾਰੇ ਕਰ ਰਹੇ ਨੇ। ਮੈਂ ਦੋਨੋਂ ਨੂੰ ਬਹੁਤ ਵਧਾਈ ਦੇਣਾ ਚਾਹੁੰਦਾ ਜੀ। ਮੈਂ ਨਾ ਇੱਕ ਗੱਲ ਐਡ ਕਰਨਾ ਚਾਹੁੰਦਾ ਸੀ ਬੀਜੇਪੀ ਦੇ ਨਾਲ ਸਿੰਗਲਾ ਸਾਹਿਬ ਦੇ ਜਾਣ ਤੋਂ ਪਹਿਲਾਂ। ਦੇਖੋ, ਕਾਂਗਰਸ ਦਾ ਇੱਕੋ ਹੀ ਪ੍ਰਧਾਨ ਹੈ ਤੇ ਉਸੇ ਫੈਮਿਲੀ ਚੋਂ ਆਉਣਾ ਗਾਂ ਵੀ ਜੇ ਔਲਾਦ ਬਖਸ਼ੀ ਉਹਨਾਂ ਨੂੰ ਤੇ ਮੇਰਾ ਖਿਆਲ ਨੈਕਸਟ ਵੀ ਕੁਝ ਨਾ ਕੁਝ ਹੋ ਸਕਦਾ। ਬੀਜੇਪੀ ਦੇ ਵਿੱਚ ਜੇ ਅਮਿਤ ਸ਼ਾਹ ਅੱਜ ਪ੍ਰੈਜ਼ੀਡੈਂਟ ਹੈ, ਜਿਹੜੇ ਹੁਣ ਸਾਰਿਆਂ ਨੂੰ ਥੋੜਾ ਚੁਭਦੇ ਵੀ ਨੇ, ਹਾਂਜੀ, ਕਿਉਂਕਿ ਉਹਨੇ ਰਿਜ਼ਲਟ ਪਿਛਲੇ ਟਾਈਮ ਦੇ ਵਿੱਚ ਚੰਗੇ ਕੱਢ ਕੇ ਦਿੱਤੇ ਨੇਸ਼ਨ ਵਾਈਡ। ਉਸ ਤੋਂ ਪਹਿਲਾਂ ਰਾਜਨਾਥ ਸੀਗੇ ਜੀ, ਹਾਂਜੀ, ਉਹ ਵੀ ਡੈਮੋਕ੍ਰੈਟਿਕ ਤਰੀਕੇ ਨਾਲ ਆਏ। ਫਿਰ ਨਿਤਨ ਗਡਕਰੀ ਜੀ ਰਹੇ ਬੀਜੇਪੀ ਦੇ ਪ੍ਰਧਾਨ। ਹਰ ਪ੍ਰਧਾਨ ਨੇ ਆਪਣੇ ਲੈਵਲ ਦੇ ਉੱਤੇ ਵਧੀਆ ਕੰਮ ਕੀਤਾ ਹੈ, ਹਾਂਜੀ, ਔਰ ਵਿਦਆਊਟ ਜਿਹੜਾ ਉਹਨਾਂ ਦੇ ਉੱਤੇ ਕੋਈ ਐਲੀਗੇਸ਼ਨ ਲੱਗਿਆ। ਸੋ ਜਿਹੜਾ ਹੈ ਨਾ ਪ੍ਰਧਾਨਗੀ ਵਾਲੀ ਗੱਲ, ਡੈਮੋਕ੍ਰੈਟਿਕ ਸਿਸਟਮ ਭਾਰਤੀ ਜਨਤਾ ਪਾਰਟੀ ਦੇ ਵਿੱਚ ਦੂਜੀਆਂ ਪਾਰਟੀਆਂ ਨੂੰ ਵੀ ਚਾਹੀਦਾ ਕਿ ਥੋੜਾ ਜਿਹਾ ਡੈਮੋਕ੍ਰੈਟਿਕ ਤਰੀਕਾ ਇਹਨਾਂ ਕੋਲੋਂ ਸਿੱਖ ਲੈਣ ਜੀ। ਵੈਰੀ ਸ਼ਾਰਟ, ਪਤਾ ਨਹੀਂ ਕੀ ਗੱਲ ਹੁੰਦੀ, ਮੈਨੂੰ ਲੱਗਦਾ ਕਿ ਹਿਸਾਬ ਦਾ ਜਦੋਂ ਤੁਹਾਡੇ ਕੋਲ ਮਾਈਕ ਆਉਂਦਾ ਬ੍ਰੇਕ ਦਾ ਟਾਈਮ ਆ ਜਾਂਦਾ ਜੀ। ਉਹ ਇਹ ਡੈਮੋਕ੍ਰੈਟਿਕਲੀ ਚੁਣੇ ਗਏ ਨੇ ਜੀ। ਪ੍ਰਧਾਨ ਜਿਹੜਾ ਕਾਂਗਰਸ ਦਾ ਵੀ ਚੁਣਿਆ ਜਾਂਦਾ, ਉਹਦੀ ਵੀ ਇਲੈਕਸ਼ਨ ਹੁੰਦੀ ਹੈ। ਵੱਖਰੀ ਗੱਲ ਆ ਕਿ ਗਾਂਧੀ ਪਰਿਵਾਰ ਦੇ ਅਗੇਂਸਟ ਕੋਈ ਖੜਾ ਨਹੀਂ ਹੁੰਦਾ, ਦੈਟਸ ਨਾਟ देयर ਫਾਲਟ। ਕਿਸੇ ਨੇ ਸ਼ਰਮਾ ਜੀ ਸੀਗੇ ਪਿੱਛੇ ਇੱਕ ਵਾਰੀ ਜਦੋਂ ਸੋਨੀਆ ਗਾਂਧੀ ਜੀ ਪ੍ਰਧਾਨਗੀ ਵਾਸਤੇ ਖਲੋਤੇ ਸੀਗੇ ਤੇ ਸ਼ਰਮਾ ਜੀ ਇੱਕ ਸੀਗੇ, ਉਹਨਾਂ ਨੇ ਇਲੈਕਸ਼ਨ ਲੜੀ ਸੀ ਔਰ ਉਹ ਵੀ ਡੈਮੋਕ੍ਰੈਟਿਕਲੀ ਚੁਣ ਕੇ ਆਉਂਦੇ। ਵੱਖਰੀ ਗੱਲ ਹੈ ਕਿ ਪਾਰਟੀ ਦਾ ਗੁਜ਼ਾਰਾ ਨਹੀਂ ਉਸ ਪਰਿਵਾਰ ਕਿਸੇ ਦੇ ਹੋਰ। ਔਰ ਇੱਕ ਤੁਹਾਨੂੰ ਮੈਂ ਗੱਲ ਦੱਸ ਦਵਾਂ ਦੌਲਤ ਜੀ, ਅੱਜ ਹਿੰਦੁਸਤਾਨ ਦਾ ਗੁਜ਼ਾਰਾ ਨਹੀਂ। ਅਗਰ ਕਾਂਗਰਸ ਪਾਰਟੀ ਦੇ ਵਿੱਚ ਦੁਫਾੜ ਹੋ ਜਾਂਦਾ ਤਾਂ ਹਿੰਦੁਸਤਾਨ ਨੂੰ ਬਚਾਉਣ ਵਾਲਾ ਕੋਈ ਨਹੀਂ ਰਹੇਗਾ। ਇਹ ਪਰਿਵਾਰਵਾਦ ਦੀ ਗੱਲ ਕੀਤੀ, ਫਿਰ ਮੈਂ ਅਕਾਲੀ ਦਲ ਤੇ ਵੀ ਇੱਕ ਸਵਾਲ ਲਗਾਤਾਰ ਉੱਠਦਾ ਵੀ ਉਹਦੇ ਪਰਿਵਾਰ ਦੇ ਵਿੱਚੋਂ ਕਿਉਂ ਨਹੀਂ ਬਾਹਰ ਨਿਕਲਦੀ ਪਾਰਟੀ। ਉੱਥੇ ਵੀ ਜੀਜੇ ਸਾਲੇ ਦੀ ਗੱਲ ਬਹੁਤ ਹੁੰਦੀ ਹੈ, ਟਕਸਾਲੀ ਇਸੇ ਮੁੱਦੇ ਨੂੰ ਲੈ ਕੇ ਵੱਖ ਹੋ ਗਏ, ਫਿਰ ਉੱਥੇ ਪਰਿਵਾਰ ਕਿਉਂ ਨਹੀਂ ਨਜ਼ਰ ਆਉਂਦਾ ਅਕਾਲੀਆਂ ਨੂੰ? ਨਹੀਂ, ਕਈ ਵਾਰ ਦੇਖੋ ਜਿਹੜੇ ਸਮੀਕਰਨ ਨੇ ਨਾ ਇਸ ਤਰ੍ਹਾਂ ਦੇ ਬਣ ਜਾਂਦੇ ਨੇ। ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਹੈ ਨਾ, ਉਹਦੇ ਵਿੱਚ ਸੀਗੀ ਟ੍ਰਾਇੰਗੂਲਰ ਜੀ। ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ, ਹਾਂਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਤੇ ਚੀਫ ਮਿਨਿਸਟਰ। ਜਿੰਨੀ ਵੀ ਪੰਜਾਬ ਦੀ ਸਿਆਸਤ ਸੀ ਇਹਨਾਂ ਤਿੰਨਾਂ ਪਾਸੇ ਘੁੰਮਦੀ ਸੀ ਜੀ। ਜਿਸ ਵੇਲੇ ਕਾਂਗਰਸ ਨੇ ਆਪਣਾ ਸੰਤ ਲੌਂਗੋਵਾਲ ਹੋਰਾਂ ਦੇ ਨਾਲ ਅਕੋਰਡ ਕੀਤਾ, ਉਸ ਵੇਲੇ ਮੈਂ ਉਹਦੇ ਵਿੱਚ ਇਨਵੋਲਵ ਸੀਗਾ। ਇਹ ਜਿਹੜੀ ਉਸ ਤੋਂ ਬਾਅਦ ਦੀਆਂ ਪ੍ਰਸਥਿਤੀਆਂ ਉਹਦੇ ਵਿੱਚ ਬੜਾ ਐਕਟਿਵਲੀ, ਉਹਦੇ ਵਿੱਚ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੇ ਉਹਨੇ ਪ੍ਰਧਾਨ ਬਣਾ ਲਿਆ ਸੰਤ ਅਜੀਤ ਸਿੰਘ ਨੂੰ ਜਸਟ ਆਫਟਰ ਅਕੋਰਡ ਜੀ। ਅਸੀਂ ਰਾਤੋਂ ਰਾਤ ਪ੍ਰਧਾਨ ਸਾਨੂੰ ਚੇਂਜ ਕਰਨਾ ਪਿਆ। ਇਸ ਕਰਕੇ ਕਰਨਾ ਪਿਆ ਕਿਉਂਕਿ ਬਰਨਾਲਾ ਸਾਹਿਬ ਦੇ ਕੋਲ ਜੇ ਉਹਨਾਂ ਨੇ ਚੀਫ ਮਿਨਿਸਟਰ ਬਣਨਾ ਸੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਤੇ ਚੀਫ ਮਿਨਿਸਟਰ ਅਸੀਂ ਇੱਕ ਰੱਖਣਾ ਚਾਹੁੰਦੇ ਸੀ। ਫਿਰ ਉਸ ਤੋਂ ਬਾਅਦ ਸਾਨੂੰ ਇਹ ਕਨਸੈਪਟ ਜਿਹੜਾ ਆ ਉਹ ਠੀਕ ਲੱਗਣ ਲੱਗਾ ਔਰ ਅਸੀਂ ਉਹਦੇ ਹਿਸਾਬ ਨਾਲ ਫਿਰ ਹੌਲੀ ਹੌਲੀ ਇਧਰ ਨੂੰ ਚੱਲੇ। ਸਾਡਾ ਕਨਸੈਪਟ ਇਸ ਤਰ੍ਹਾਂ ਆਇਆ, ਅਕੋਰਡ ਲਾਗੂ ਨਹੀਂ ਹੋਇਆ। ਇੰਨੀ ਬਾਵਜੂਦ ਕਿ ਅਸੀਂ ਸਾਰਿਆਂ ਨੇ ਸੈਕਰੀਫਾਈਸ ਕੀਤੀ ਕਿ ਨਹੀਂ, ਬਰਨਾਲਾ ਸਾਹਿਬ ਨੂੰ ਸਾਰੇ ਰਾਈਟ ਦੇ ਦਿਓ ਤੇ ਅਕੋਰਡ ਲਾਗੂ ਹੋ ਜੇ ਇੱਕ ਵਾਰੀ ਪੰਜਾਬ ਦੇ ਹਿੱਤ ਲਈ। ਔਰ ਜੋ ਵੀ ਇਹਨਾਂ ਨੇ ਕੀਤਾ, ਸਾਨੂੰ ਖਵਾ ਕੇ ਰਸਗੁੱਲੇ, ਬਾਕੀ ਜਣੇ ਮੁੱਕਰ ਗਏ। ਮਾਈਕ ਤੇ ਜਵਾਬ ਉੱਥੇ ਮੁੱਕਰ ਗਏ। ਪੰਜਾਬ ਉੱਥੇ ਦਾ ਉੱਥੇ, ਚੰਡੀਗੜ੍ਹ ਉੱਥੇ ਦਾ। ਰਾਤ ਨੂੰ 26 ਜਨਵਰੀ ਨੂੰ ਅਸੀਂ ਉੱਥੇ ਆਪਣਾ 11:59 ਤੱਕ ਵੇਟ ਕਰਦੇ ਰਹੇ ਚੰਡੀਗੜ੍ਹ। ਉੱਤੋਂ ਆ ਗਿਆ ਨਹੀਂ ਜੀ ਇਹਨੂੰ ਫੇਰ ਦਿਆ। ਸੋ ਇਹੋ ਜਿਹੀਆਂ ਗੱਲਾਂ ਜੋ ਪੰਜਾਬ ਦੇ ਨਾਲ ਵਿਤਕਰੇ ਸੋ ਕਾਲਡ ਕਾਂਗਰਸ ਨੇ ਕੀਤੇ ਨੇ, ਜੋ ਵਿਤਕਰੇ, ਜੋ ਸੱਟਾਂ ਸਾਨੂੰ ਕਾਂਗਰਸ ਨੇ ਲਾਈਆਂ। ਪਹਿਲਾਂ ਤਾਂ ਸਾਡਾ ਕਿੱਥੋਂ ਅਫਗਾਨਿਸਤਾਨ ਤੋਂ ਤੁਰਦਾ ਸੀ ਪੰਜਾਬ, ਇੱਥੇ ਲਕੀਰ ਮਾਰਨੀ ਸੀ। ਹਾਂਜੀ, ਸਾਡੇ ਗੁਰਧਾਮਾਂ ਨੂੰ ਵੀ ਨਹੀਂ ਉਧਰ ਦੇ ਦਿੱਤਾ, ਹਾਂਜੀ, ਉੱਥੇ ਵੜਤਾ। ਫਿਰ ਸਾਡੇ ਨਾਲ ਹਰਿਆਣਾ ਵੜਤਾ, ਹਰਿਆਣਾ ਦੇ ਵਿੱਚੋਂ ਹਿਮਾਚਲ ਵੀ ਵੜਤਾ। ਦੇਖੋ ਇਹ ਕੀਤਾ ਕਿੰਨੇ ਆ? ਕੀਤਾ ਸਾਰਾ ਕਾਂਗਰਸ ਨੇ। ਸੂਬਾ ਕੌਣ ਮੰਗਦਾ ਸੀ? ਹਾਂਜੀ, ਪੰਜਾਬੀ ਸੂਬਾ ਕੌਣ ਮੰਗਦਾ ਸੀ? ਪੰਜਾਬੀ ਸੂਬਾ ਮੰਗਦੇ ਸੀ ਉੱਥੋਂ ਤੱਕ, ਹਾਂਜੀ, ਦਿੱਲੀ ਦੀਆਂ ਕੰਧਾਂ ਤੱਕ, ਹਾਂਜੀ, ਲਾਲ ਕਿਲੇ ਤੱਕ। ਹਾਂਜੀ, ਅਸੀਂ ਸਾਡੀ ਕੋਈ ਮੰਗ ਨਹੀਂ ਸੀ ਉੱਥੋਂ। ਸੋਚ ਹੈ ਕਮਿਊਨਲ ਸੋਚ। ਇਹ ਜਿਹੜੀ ਐਡੀ ਡੇਂਜਰਸ ਸੋਚ ਹੈ, ਇਹਦਾ ਪਹਿਲਾ ਨਿਸ਼ਾਨਾ ਹੋਇਆ ਹਿੰਦੁਸਤਾਨ ਦੇ ਟੁੱਟੇ ਹੋਏ। ਉਹ ਵੀ ਕਮਿਊਨਲ ਸੋਚ ਕਰਕੇ
ਜੇ ਪੰਜਾਬ ਦੇ ਵਿੱਚ ਹਰਿਆਣਾ ਬਣਿਆ ਅਸੀਂ ਤੇ ਕਮਿਊਨਲ ਸੋਚ ਅਸੀਂ ਤੇ ਕਰਕੇ openly ਤੇ ਇਹਦੇ ਵਿੱਚੋਂ ਹਿਮਾਚਲ ਪ੍ਰਦੇਸ਼ ਬਣਿਆ। ਇਹ ਕੌਣ ਸੂਬਾ ਕੌਣ ਮੰਗਦਾ ਸੀ? ਪੰਜਾਬੀ ਸੂਬਾ ਇਹ ਮੰਗਦੇ। ਇਹ ਤੇ ਇੱਥੇ ਤੱਕ ਵੀ ਤਿਆਰ ਹੈ ਕਿ 2 ਜ਼ਿਲ੍ਹੇ ਰਹਿ ਜਾਣ ਸਾਡੇ ਕੋਲ, ਰਾਜ ਸਾਡਾ ਰਹਿਣਾ ਚਾਹੀਦਾ। ਇਹ ਜਿਹੜੀ ਕਮਿਊਨਲ ਸੋਚ ਆ ਇਹਨੇ ਸਾਰਾ ਪੰਜਾਬ ਦਾ ਭੱਟਾ ਪਾਇਆ। ਔਰ ਜਿਹੜੀ ਪਹਿਲਾਂ ਹਿੰਦੁਸਤਾਨ ਦੀ ਵੰਡ ਹੋਈ ਆ ਉਹ ਵੀ ਉਸੇ ਸੋਚ ਦੇ ਅੰਡਰ ਸੀਗੀ। ਸੋ ਇਸ ਸੋਚ ਤੋਂ ਹੁਣ ਬਚਣਾ ਚਾਹੀਦਾ। ਜਿਸ ਪਾਸੇ ਨੂੰ ਬੀਜੇਪੀ ਲਿਜਾ ਰਹੀ ਹੈ, ਜਿੱਦਾਂ ਹੁਣ ਲੋਕਾਂ ਦੇ ਵਿੱਚ ਸਹਿਮ ਪਿਆ ਹੋਇਆ ਕਿ ਪਤਾ ਨਹੀਂ ਇਸ ਮੁਲਕ 'ਚ ਕੀ ਬਣਨਾ, ਔਰ ਇਹ ਅਗਰ ਸੋਚ ਨਹੀਂ ਰੋਕੀ ਗਈ ਨਾ ਤੇ ਹਿੰਦੁਸਤਾਨ ਦੇ ਵਾਕਈ ਟੁੱਟੇ ਹੋ ਜਾਣਗੇ। ਇਹ ਸੋਚ ਉਹਨਾਂ ਨੇ ਨਹੀਂ ਰੋਕਣੀ ਹੈਗੀ। ਇਹ ਸੋਚ ਜਿਹੜਾ ਪੰਜਾਬ ਦਾ ਅਵਾਮ ਹੈ ਉਹ ਰੋਕ ਰਿਹਾ ਆ। ਪੰਜਾਬ ਦੇ ਅਵਾਮ ਨੇ ਉਦੋਂ ਵੀ ਖਾਸ ਕਰਕੇ ਸਿੱਖਾਂ ਨੇ ਇਹ ਕਿਹਾ ਸੀ ਵੀ ਨਹੀਂ ਅਸੀਂ ਭਾਰਤ ਨਾਲ ਰਹਿਣਾ। ਅਸੀਂ ਅੱਜ ਵੀ ਜਦੋਂ ਖਾਲਿਸਤਾਨ ਦਾ ਮੁੱਦਾ ਆਉਂਦਾ ਹੈ, ਜਦੋਂ ਖਾਲਿਸਤਾਨ ਦਾ ਮੁੱਦਾ ਆਉਂਦਾ ਆ, ਜੋ ਕਿ ਪਾਕਿਸਤਾਨ ਗੇਮ ਪਲੇ ਇਹ ਕਰ ਸਕਦਾ ਹੁਣ ਵੀ, ਉੱਥੇ ਜੇ ਹੁਣ ਉੱਥੇ ਗਏ ਨੇ ਸਾਡੇ ਸਾਰੇ ਲੀਡਰ ਤੇ ਨਾਲ ਜਿਹੜਾ ਖਾਲਿਸਤਾਨ ਦਾ ਬੰਦਾ ਉੱਥੇ ਬਿਠਾਇਆ ਹੋਇਆ, ਇਹ ਪਾਕਿਸਤਾਨ ਦੀ ਸੋਚ ਆ ਕਿ ਇਹਨਾਂ ਨੂੰ ਵੱਖ ਕਰਨਾ। ਪਰ ਸਿੱਖਾਂ ਦੀ ਜਿਹੜੀ ਹੈਗੀ ਆ ਕੀ ਕਹਿੰਦੇ ਨੇ, ਉਹਨਾਂ ਤੇ ਕੋਈ ਡਾਊਟ ਦਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ। ਕਿਹੜੀ ਥਾਂ ਆ ਜਿੱਥੇ ਸਿੱਖ ਪਲਟਰਾਂ ਨੇ ਜਾ ਕੇ ਜਿਹੜੀਆਂ ਸਾਰੀਆਂ ਰਿਆਸਤਾਂ ਸਨ ਉਹਨਾਂ ਨੂੰ ਪ੍ਰੋਪਰ ਕੰਟਰੋਲ ਕਰਕੇ ਹਿੰਦੁਸਤਾਨ ਦੇ ਹਵਾਲੇ ਨਹੀਂ ਪਰ ਇਹ ਆਪਾਂ ਲੋਕ ਸਭਾ ਚੋਣਾਂ ਦੇ ਉੱਪਰ ਹੀ ਕੇਂਦਰਿਤ ਰਹੀਏ। ਆਪਾਂ ਬਹੁਤਾ ਇਤਿਹਾਸ ਵੱਲ ਜਾਵਾਂਗੇ ਤੇ ਸਾਰਾ ਉਹ ਖਿਲਾਰਾ ਪੈ ਜਾਊ। ਅਸਲੀ ਗੱਲ ਰਹਿ ਜਾਣੀ। ਰੰਧਾਵਾ ਸਾਹਿਬ ਤੁਹਾਡੀ ਗੱਲ ਠੀਕ ਹੈ ਜੀ। ਆ ਜੋ ਗੱਲਾਂ ਕਰਦੇ ਨੇ ਨਾ ਉਹ ਆਪ ਟੁੱਟੇ ਕਰਨ ਦੇ ਲੱਭਦੇ ਨੇ। ਜੋ ਦੂਜੇ ਜਿੱਦਾਂ ਕਹਿੰਦਾ ਭਾਰਤ ਦੇ ਵਿੱਚ ਕੀ ਹੋ ਜਾਊਗਾ, ਹਿੰਦੁਸਤਾਨ ਦਾ ਕੀ ਬਣੂਗਾ। ਹਿੰਦੁਸਤਾਨ ਪਹਿਲਾਂ ਤੋਂ ਹੀ ਬਹੁਤ ਵਧੀਆ ਸੀ, ਹੈ ਔਰ ਰਹੂਗਾ। ਕੋਈ ਪਾਰਟੀ ਆਏ ਇਲੈਕਸ਼ਨ ਦੇ ਵਿੱਚ ਕੋਈ ਫਰਕ ਨਹੀਂ ਪੈਂਦਾ। ਇਹਨੂੰ ਆ ਵਿੱਚੋਂ ਜ਼ਰੂਰ ਹੈ, ਪਹਿਲਾਂ ਅੰਗਰੇਜ਼ਾਂ ਨੇ ਲੁੱਟਣ ਦੀ ਕੋਸ਼ਿਸ਼ ਕੀਤੀ, ਉਹਦੇ ਬਾਅਦ ਆ ਕਾਲੇ ਅੰਗਰੇਜ਼ ਜੋ ਕਲੱਬ ਦੀ ਟ੍ਰਾਂਸਫਰ ਹੋਈ ਸੀ, ਜਿੱਦਾਂ ਕਾਂਗਰਸ ਵਾਜ਼ ਅ ਕਲੱਬ ਜਿਹਦੇ ਵਿੱਚ ਉਹ ਪਾਵਰ ਆਫ ਜੋ ਟ੍ਰਾਂਸਫਰ ਹੋ ਗਈ ਉਹ ਲੁੱਟਦੇ ਰਹੇ ਆਪਣੇ ਨਾਂ ਦੇ। ਤੇ ਸਿੱਖ ਸਾਡੇ ਭਰਾ ਨੇ ਤੇ ਉਹ ਸਾਰੇ ਹਿੰਦੂਆਂ ਨੂੰ ਵੀ ਪਤਾ ਹੈ, ਜਿੰਨੇ ਵੀ ਆਪਣੇ ਸਾਰੇ ਉੱਥੇ ਸਾਰੇ ਵੱਸਦੇ ਨੇ। ਮੈਨੂੰ ਲੱਗਦਾ ਇੰਡੀਆ ਤੋਂ ਬਾਹਰ ਜਿੰਨੀ ਪ੍ਰੋਬਲਮ ਉੱਥੇ ਦਿਖਾਉਣ ਦੀ ਕੋਸ਼ਿਸ਼ ਕਰਦੇ ਨਾ ਕਿ ਪਤਾ ਨਹੀਂ ਕੀ ਹੋ ਜਾਊਗਾ। ਮੋਦੀ ਜੀ ਦਾ ਨਾਰਾ ਹਮੇਸ਼ਾ ਆ ਰਿਹਾ ਸਬਕਾ ਸਾਥ ਸਬਕਾ ਵਿਕਾਸ। ਜੋ ਭਾਰਤ ਦਾ ਹੈਗਾ ਉਹ ਕਿਸੇ ਧਰਮ ਨੂੰ ਫੋਲੋ ਕਰਦਾ ਹੈ, ਉਹਦਾ ਵਿਕਾਸ। ਸੰਦੀਪ ਜੀ ਸਬਕਾ ਸਾਥ ਸਬਕਾ ਵਿਕਾਸ ਕਿੰਨਾ ਕੁ ਹੋਇਆ, ਤੁਹਾਨੂੰ ਕਿੰਨਾ ਅੰਜਾਮ ਜੀ? ਬਹੁਤ ਤੁਸੀਂ ਸਿਫਤਾਂ ਕਰਤੀਆਂ ਮੋਦੀ ਜੀ ਦੀਆਂ। ਸ਼ੁਰੂ ਤੋਂ ਗੱਲਾਂ ਜੇ ਕਰਨ ਲੱਗੇ ਉਹਨਾਂ ਦੀ ਅੰਦਰ ਇਲੈਕਸ਼ਨ 14 ਦੀ ਸ਼ੁਰੂ ਕੀਤੀ ਸੀ। ਪਹਿਲਾਂ ਤਾਂ ਨਹੀਂ ਤੁਸੀਂ ਪਹਿਲਾਂ ਆਪਾਂ ਮੋਦੀ ਸਾਹਿਬ ਦੀ ਗੱਲ ਕਰੀਏ। 15 ਲੱਖ ਰੁਪਇਆ ਨਹੀਂ ਆਇਆ। ਜੁਮਲਾ ਪਾਰਟੀ ਤੁਸੀਂ ਬਣਾਤੀ, ਭਾਰਤੀ ਜੁਮਲਾ ਪਾਰਟੀ। ਠੀਕ ਹੈ ਜੀ। ਅੱਛਾ, ਉਸ ਤੋਂ ਬਾਅਦ ਤੁਸੀਂ ਦੇਖੋ ਹੁਣ ਜਿਹੜਾ ਤੁਸੀਂ ਕੀਤਾ ਸਟ੍ਰਾਈਕ, ਕੋਈ ਇਹਦਾ ਸਬੂਤ ਨਹੀਂ ਹੈਗਾ ਬੀਜੇਪੀ ਨੇ। ਉਸ ਤੋਂ ਬਾਅਦ ਇਲੈਕਸ਼ਨ ਦਾ ਮੁੱਦਾ ਆਇਆ ਤੇ ਮੋਦੀ ਸਾਹਿਬ ਤਾਂ ਕਹਿੰਦੇ ਮੈਂ ਜਾ ਕੇ ਵਾਰ ਕੇ ਨੀਰਵ ਮੋਦੀ ਨੇ ਕਹਿੰਦੇ ਪਾਕਿਸਤਾਨ ਨੂੰ 5 ਵਜੇ ਸੁਪਨਾ ਆ ਗਿਆ ਵੀ ਮੋਦੀ ਘਰ ਆ ਗਿਆ। ਫਿਰ ਮੋਦੀ ਜੀ ਕਿਉਂ ਕਹਿੰਦੇ ਮੋਦੀ ਘਰ ਆ ਗਿਆ? ਨਹੀਂ, ਮੋਦੀ ਸਾਹਿਬ ਨੇ ਕਿਹਾ ਠੀਕ ਹੈ ਨਾ। ਅੱਛਾ, ਹੁਣ ਨੀਰਵ ਮੋਦੀ ਸਭ ਤੋਂ ਵੱਡਾ ਘਟਾਲਾ ਕਰ ਗਿਆ। ਉਹਨੂੰ ਤੁਸੀਂ ਹਿੰਦੁਸਤਾਨ ਦੀ ਸਰਕਾਰ ਲੱਭ ਨਹੀਂ ਸਕਦੀ। ਟੈਲੀਗ੍ਰਾਫ ਮੀਡੀਆ ਨੂੰ ਦੀ ਵੀਡੀਓ ਪਾਤੀ, ਹੁਣ ਲੈ ਕੇ ਆਓ ਵਾਪਸ ਬੀਜੇਪੀ ਵਾਲਿਆ। ਉੱਥੇ ਕੀ ਕਰਦਾ ਆ? ਤੁਸੀਂ ਲੋਕਾਂ ਨੂੰ ਲਾਈਨਾਂ 'ਚ ਖੜਾ ਕਰਾਤਾ। ਵੱਡੇ ਵੱਡੇ ਜਿਹੜੇ ਘਰਾਣੇ ਉਹ ਤੁਸੀਂ ਉਹਨੂੰ ਬਾਹਰ ਕੱਢਦੇ। ਲਲਿਤ ਮੋਦੀ, ਨੀਰਵ ਮੋਦੀ, ਕਿੰਨੇ ਬੰਦੇ ਬਾਹਰ ਕੱਢਦੇ ਆ? ਤੁਸੀਂ ਕਹਿ ਰਹੇ ਆ ਵੀ ਕੰਮ ਬਹੁਤ ਕਰ ਦਿੱਤਾ। ਇਹ ਲੋਕ ਸਾਰਾ ਕੁਝ ਦੇਖ ਰਹੇ ਆ। ਦਿਓ ਜੀ ਮੌਕਾ ਦਿਓ। ਮੇਰੀ ਗੱਲ ਸੁਣੋ, ਆ ਜਿੰਨੇ ਘਪਲੇ ਬਾਜਤੇ ਇਹਨਾਂ ਨੇ ਘਪਲੇ ਜਦੋਂ ਭੱਜੇ ਹੈਗੇ ਤਾਂ ਕਦੋਂ ਭੱਜੇ ਹੈਗੇ? ਜਦੋਂ ਮਿਲ ਕੇ ਹੀ ਕੰਮ ਕਰਨਾ ਸੀ। ਭੱਜੇ ਜਨਵਰੀ 'ਚ ਭੱਜੇ ਆ 2018 'ਚ। ਜਿਹੜੀ ਭੱਜਣ ਦੀ ਗੱਲ ਕਰਦੇ ਤੁਸੀਂ, ਮਾਲਵੀਆ ਸਾਹਿਬ ਨੇ ਜਾਣ ਤੋਂ ਪਹਿਲਾਂ ਇੰਗਲੈਂਡ ਨੂੰ ਦੱਸਿਆ ਸੀ, ਜਾ ਕੇ ਜੇਤਲੀ ਸਾਹਿਬ ਨੂੰ ਮਿਲ ਕੇ ਆਏ ਕਿ ਮੇਰੇ ਨਾਲ ਸੈਟਲਮੈਂਟ ਕਰ ਲਓ। ਪਤਾ ਨਹੀਂ ਹੁਣ ਉਹ ਕੀ ਕਰੀ ਉਹਨਾਂ ਨੇ ਘੋਲੀ ਆਪਸ 'ਚ ਕਿ ਉਹਨਾਂ ਨੂੰ ਜਦੋਂ ਉਹਨੇ ਕਹਿਤਾ ਕਿ ਜੇ ਤੁਸੀਂ ਮੇਰੇ ਨਾਲ ਸੈਟਲ ਨਹੀਂ ਕਰਨਾ ਆਮ ਗੋਇੰਗ। ਜਦੋਂ ਉਹਨੇ ਬੰਦੇ ਨੇ ਕਹਿਤਾ ਕਿ ਮੈਂ 9000 ਕਰੋੜ ਰੁਪਈਆ ਲੈ ਕੇ ਜਾਣ ਲੱਗਾ ਤਾਂ ਉਹਨੂੰ ਰੋਕਿਆ ਕਿਉਂ ਨਹੀਂ? ਇਹਦਾ ਮਤਲਬ ਮਿਲੀ ਭਗਤਾ 350 ਲੱਖ ਕਰੋੜ ਰੁਪਈਆ ਮੋਦੀ ਸਾਹਿਬ ਨੇ 15 ਜਿਹੜੇ ਰਿਚ ਇੰਡਸਟਰੀਅਲਿਸਟ ਨੇ ਉਹਨਾਂ ਦਾ ਮਾਫ ਕਰਤਾ। ਤੇ ਜਦੋਂ ਕੋਈ ਕਿਸਾਨਾਂ ਦੀ ਵਾਰੀ ਆਈ ਤੇ ਉਹਨਾਂ ਨੂੰ ਕਹਿੰਦੇ ਤੁਹਾਨੂੰ 517 ਰੁਪਏ ਰੋਜ਼ ਦੇ ਦਿਆ ਕਰਾਂਗੇ, ਛੋਲੇ ਭਟੂਰੇ ਨਹੀਂ ਆਉਂਦੇ 17 ਰੁਪਈਆਂ ਦੇ। ਰਵੀ ਜੀ, ਆ ਜਿਹੜੀ ਗੱਲ ਲੱਗਦੀ ਕਿ ਕੁਝ ਖਾਸ ਘਰਾਣਿਆਂ ਤੱਕ ਸੀਮਤ ਹੋ ਕੇ ਉਹਨਾਂ ਨੂੰ ਫਾਇਦਾ ਪਹੁੰਚਾਇਆ ਗਿਆ, ਇਹ ਲਗਭਗ ਪੂਰੇ ਹਿੰਦੁਸਤਾਨ ਦੇ ਪੂਰੇ ਭਾਰਤ ਵਿੱਚ ਚਰਚਾ ਜੀ। ਸਾਰਾ ਪ੍ਰੋਪਗੈਂਡਾ ਹੈਗਾ ਜੀ। ਜੋ ਦੂਜੀ ਗੱਲ ਹੈਗੀ ਕਿ ਜੋ ਲੋਨ ਦਿੱਤੇ ਗਏ ਸਾਰੇ ਯੂਪੀਏ ਸਰਕਾਰ ਦੇ ਵਿੱਚ ਦਿੱਤੇ ਗਏ, ਕਾਂਗਰਸ ਸਰਕਾਰ ਦੇ ਵਿੱਚ ਦਿੱਤੇ ਗਏ। ਜਦੋਂ ਉਹਨਾਂ ਦੀ ਕਿਸ਼ਤ ਭੁਗਤਾਣੀ ਬੰਦ ਕਰ ਦਿੱਤੀ ਤਾਂ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ। ਜਦੋਂ ਪ੍ਰੈਸ਼ਰ ਪੈਂਦਾ ਤਾਂ ਅਪਰਾਧੀ ਬਚਦਾ ਹੀ ਹੈ। ਜੇ ਉਹਨੇ ਡੀਲਾਂ ਇਦਾਂ ਜੋ ਸੀਕ੍ਰੇਟ ਕਨਵਰਸੇਸ਼ਨ ਭਾਜੀ ਨੂੰ ਪਤਾ ਹੈਗਾ, ਜੇ ਉਹਨਾਂ ਨੇ ਇਦਾਂ ਦੇ ਸੀਕ੍ਰੇਟ ਕਨਵਰਸੇਸ਼ਨ ਕੀਏ ਹੁੰਦੇ ਤਾਂ ਉਹ ਉੱਥੇ ਹੀ ਰਹਿਣੇ ਸੀ। ਉਹ ਭੱਜਦੇ ਕਿਉਂ? ਤੇ ਦੂਜੀ ਗੱਲ ਹੈਗੀ ਕਿ ਨੀਅਤ ਵਿਕਦੀ ਹੈ। ਜੇ ਇਹਨਾਂ ਦੀ ਨੀਅਤ ਲੁੱਟਣ ਦੀ ਹੁੰਦੀ ਤੇ ਸਾਰੇ ਇੱਥੇ ਆਰਾਮ ਨਾਲ ਰਹਿੰਦੇ। ਰਾਜ ਸਭਾ ਦੀ ਮੈਂਬਰਸ਼ਿਪ ਕਿੰਨੇ ਦਿੱਤੀ ਹੋਈ ਸੀ ਇਹਨੂੰ, ਮਲਾਇਆ ਨੂੰ?
ਜਿੰਨੇ ਨਾ ਮੇਰਾ ਹੁੱਡਾ ਹੈਗਾ ਤੇ ਮੈਂ ਕੀ ਭੁਪਿੰਦਰ ਸਿੰਘ ਹੁੱਡਾ ਜੋ ਕਰਦਾ ਉਹਦੇ ਨਾਲ ਮੈਂ ਕਨੈਕਟਡ ਹੈਗਾ। ਇਹਦਾ ਮੋਦੀ ਜੀ ਦੇ ਨਾਲ ਉਹ ਨੀਰਵ ਮੋਦੀ ਹੈਗਾ, ਉਹਨੂੰ ਇਦਾਂ ਜੋੜਦੇ ਨੇ ਜਦੋਂ ਉਹਨਾਂ ਦਾ ਆਪਣਾ ਰਿਸ਼ਤੇਦਾਰ ਹੈ। ਮੈਂ ਤਾਂ ਹੁੱਡਾ ਦੀ ਗੱਲ ਦੱਸ ਮੈਂ ਪੂਰੀ ਉਹ ਮੋਦੀ ਨੇ ਮੈਨੂੰ ਇਹ ਕਹਿੰਦਾ ਇੱਕ ਤੁਸੀਂ ਆਪ ਤੇ ਕਾਂਗਰਸ ਦੇ ਵਿੱਚ ਬਿਠਾਤਾ, ਇਹਨਾਂ ਨੂੰ ਗਠਬੰਧਨ ਕਰਨ ਦਿਓ ਤੇ ਸਾਨੂੰ ਬਿਠਾਓ ਅਕਾਲੀਆਂ ਦੇ ਕੋਲ ਆਰਾਮ ਨਾਲ। ਜਿਹੜੀ ਸਰਕਾਰ ਨੂੰ ਨਕਲ ਨਹੀਂ ਮਾਰਨੀ ਆਉਂਦੀ ਉਹ ਕੀ ਮੁਲਕ ਨੂੰ ਚਲਾਏਗੀ? ਜੀਐਸਟੀ ਲੱਗਾ, ਸੁਣੋ ਜੀਐਸਟੀ ਲਾਇਆ ਨਾ, ਇੱਥੇ ਵੀ ਜੀਐਸਟੀ ਲੱਗਾ 1994 ਚ ਲੱਗਿਆ ਸੀ, ਔਰ ਇੱਥੇ ਇੱਕ ਜੀਐਸਟੀ ਹੈ। ਇਹਨਾਂ ਨੂੰ ਤੇ ਜੀਐਸਟੀ ਵੀ ਨਹੀਂ ਲਾਉਣਾ, 28 ਜੀਐਸਟੀ ਲਾਤੇ, ਵੱਖਰੀ ਵੱਖਰੀ ਰੇਸ਼ੋ ਲਾਤੀ। ਜੇ ਉਹ ਜੀਐਸਟੀ ਦਾ ਜਿਹੜਾ ਨੁਕਸਾਨ ਇਸ ਵੇਲੇ ਹੋ ਰਿਹਾ ਸਟੇਟਾਂ ਨੂੰ, ਉਹਨਾਂ ਨੂੰ ਪਤਾ ਕਿ ਉਹ ਕਿਸ ਭਾਅ ਵਿਕ ਰਿਹਾ। ਜਿਹੜੇ ਬੰਦੇ ਨਕਲ ਨਹੀਂ ਮਾਰ ਸਕੇ ਤੇ ਜੀਐਸਟੀ 130 ਸਾਲ ਪਹਿਲਾਂ ਜਰਮਨੀ ਦੇ ਵਿੱਚ ਜੀਐਸਟੀ ਲੱਗਿਆ ਸੀਗਾ ਜੀ। ਅੱਜ ਤੋਂ 30 ਸਾਲ ਪਹਿਲਾਂ ਮੈਂ ਉੱਥੇ ਜਰਮਨੀ ਜਾਂਦਾ ਸੀਗਾ, ਉੱਥੇ ਅੱਜ 130 ਸਾਲ ਹੋ ਗਏ, 30 ਸਾਲ ਮੈਨੂੰ ਹੋ ਗਏ, ਇੱਥੇ 35 ਸਾਲ ਆਏ, ਔਰ ਉਹਨਾਂ ਨੇ ਜੀਐਸਟੀ ਲਗਾਇਆ। ਉਹ ਬੜੀ ਅੱਛੀ ਚੀਜ਼ ਹੈ ਜੀਐਸਟੀ, ਜਿਹੜੀ ਮੁਲਕ ਦੀ ਇਕਨੋਮੀ ਵਾਸਤੇ ਇਟਸ ਵੈਰੀ ਗੁੱਡ। ਪਰ ਜੇਤਲੀ ਸਾਹਿਬ ਨੂੰ ਤੇ ਜੀਐਸਟੀ ਵੀ ਨਹੀਂ ਲਾਉਣੀ ਹੈ ਜੀ, 28 ਜੀਐਸਟੀ ਲਾਤੀਆਂ। ਇਹ ਜੀ ਪਤਾ ਕੀ ਗੱਲ ਹੈ ਕਮਲ ਸਾਹਿਬ, ਜਿਹੜਾ ਨਾ ਇਹ ਜਰਮਨੀ ਵਾਲਿਆਂ ਕੋਲੇ ਇੱਕ ਨਾ ਸਪੈਸ਼ਲ ਇੰਸਟਰੂਮੈਂਟ ਹੁੰਦਾ ਜੁਗਾੜ, ਉਹ ਜਰਮਨੀ ਵਾਲਿਆਂ ਕੋ ਹੈ ਨਹੀਂ, ਉਹ ਇੰਗਲੈਂਡ ਵਾਲਿਆਂ ਕੋ ਹੈ ਨਹੀਂ, ਉਹ ਅਮਰੀਕਾ ਵਾਲਿਆਂ ਕੋ ਹੈ ਨਹੀਂ। ਜਿਹੜਾ ਹਿੰਦੁਸਤਾਨ ਦੀ ਆਵਾਮ ਕੋਲੇ ਜੁਗਾੜ ਆ ਨਾ, ਉਹ ਜੁਗਾੜ ਕਰਕੇ ਜੋ ਉਥੋਂ ਦੀ ਬੈਸਟ ਪੋਸੀਬਲ ਸੀਗਾ ਕਿ ਨਹੀਂ, ਉਸ ਤਰੀਕੇ ਨਾਲ ਲੱਗਿਆ। ਰੈਵਨਿਊ ਕਿਤੇ ਉਹਦੇ ਆਉਣਾ, ਹਰ ਚੀਜ਼ ਬਣਾਉਣੀ ਆ, ਡਿਵੈਲਪਿੰਗ ਸਟੇਜ ਦੇ ਉੱਤੇ ਆ। ਹਾਂਜੀ, ਥੋੜੇ ਟਾਈਮ 'ਚ ਬਹੁਤ ਹੀ ਡਿਵੈਲਪਮੈਂਟ ਹੋ ਰਹੀ ਆ, ਥੋੜੇ ਟਾਈਮ ਦੇ ਵਿੱਚ ਹਰ ਚੀਜ਼ ਜ਼ਿਆਦਾ ਵੱਧ ਰਹੀ ਆ, ਰਾਈਟ। ਉਹ ਬੈਸਟ ਯੂਜ਼ ਹੋ ਰਿਹਾ ਪਾਪੂਲੇਸ਼ਨ ਦਾ। ਹੌਲੀ 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 ਇਹ ਜਿਹੜੀ ਵੀ ਗਵਰਨਮੈਂਟ ਹੈ ਉਹਦੇ ਲਈ ਇਹ ਜਿਹੜੀਆਂ ਚੀਜ਼ਾਂ ਨੇ, ਕੱਲ ਨੂੰ ਕੋਈ ਵੀ ਹੋਰ ਗਵਰਨਮੈਂਟ ਆਉਂਦੀ ਆ ਉਹਨੂੰ ਇਹ ਫੇਸ ਕਰਨੀਆਂ ਹੀ ਪੈਣੀਆਂ ਜੀ। ਦੇਖੋ ਨਾ, ਲੇਕਿਨ ਜੀਐਸਟੀ ਜਿਹੜਾ ਇੱਕ ਹੋਣਾ ਚਾਹੀਦਾ, ਇੱਥੇ ਇੱਕੋ ਹੀ ਹੈ ਨਾ ਸਾਰੇ ਮੁਲਕਾਂ ਜਿੱਥੇ ਤੇ ਬਾਹਰ ਲੱਗਿਆ। ਉਹਨਾਂ ਨੂੰ ਕਿਉਂ ਨਹੀਂ ਸਮਝ ਆਈ ਵੀ ਜੇ ਅਸੀਂ ਆਮ ਜੁਗਾੜ ਲਾ ਲੈਂਦਾ ਹੈ ਉਹਦੇ ਮੁਤਾਬਕ ਲਾਇਆ। ਦੇਖੋ ਜੀ, ਜੀਐਸਟੀ ਦਾ ਜੋ ਫਾਇਦਾ ਹੋਇਆ ਹੈਗਾ ਨਾ, ਕਿਉਂਕਿ ਲੋਕੀ ਜੀਐਸਟੀ ਕਰਦੇ ਨੇ, ਬੜਾ ਨਹੀਂ ਸੋਚਦੇ ਕਿ ਜੀਐਸਟੀ ਨਾਲ ਜੋ ਪਹਿਲਾਂ ਟੋਲਾਂ ਤੇ ਉੱਥੇ ਟਰੱਕ ਖੜਦੇ ਸੀ ਸਾਰੇ, ਉਹ ਚੁੰਗੀ ਕਲੈਕਸ਼ਨ ਉਹ ਬਿਲਕੁਲ ਬੰਦ ਹੋ ਗਿਆ, ਉੱਥੇ ਵੇਸਟੇਜ ਉਹ ਬੰਦ ਹੋ ਗਈ। ਠੀਕ ਹੈ ਜੀ। ਜੋ ਪਿਛਲੇ ਜੋ ਕਾਂਗਰਸ ਦੇ ਰਾਜ ਦੇ ਵਿੱਚ 46 ਲੱਖ ਕੰਪਨੀਆਂ ਜਿਨ੍ਹਾਂ ਨੇ ਰਜਿਸਟਰ ਕੀਤਾ ਸੀ ਜੀਐਸਟੀ ਲਈ, ਉਸ ਤੋਂ ਵੱਧ ਆਲਮੋਸਟ 83 ਲੱਖ ਇਨ ਵਿਦਨ ਲਾਸਟ ਜਦੋਂ ਤੋਂ ਜੀਐਸਟੀ ਲਾਗੂ ਹੋਇਆ ਉਹਨਾਂ ਨੇ ਨਵਾਂ ਰਜਿਸਟਰ ਕੀਤਾ ਹੈਗਾ। ਤੇ ਜੇ ਹੁਣ ਕੋ ਕਲੈਕਸ਼ਨ ਜੋ ਹੈਗੀ ਟੈਕਸ ਦੀ ਉਹ ਵੱਧ ਗਈ ਹੈਗੀ ਤੇ ਉਹਦਾ ਦੂਰਗਾਮੀ ਪਰਿਣਾਮ ਆ ਰਹੇ ਨੇ। ਤੇ ਮੈਂ ਦੂਜਾ ਉਹ 15 ਲੱਖ ਕਰੀ ਜਾਂਦੇ ਨੇ। ਤੇ ਇੱਕ ਨਾ ਹਿੰਦੀ ਦੇ ਵਿੱਚ ਇੱਕ ਕਵਿਤਾ ਵੀ ਹੁੰਦੀ ਹੈ ਕਿ तुम्हारे बाल इतने अच्छे हैं ऐसा लगता है बादलों में हो। तो ਇਹਦਾ ਮਤਲਬ ਆ ਨਹੀਂ ਹੈਗਾ ਕਿ ਤੁਸੀਂ ਸੱਚਮੁੱਚ ਬਾਦਲੇ ਦੇ ਵਿੱਚ ਚਲ ਗਏ ਹੋਗੇ। ਬਟ ਦੂਜੀ ਗੱਲ ਹੈ, ਮੈਂ ਮੰਨਦਾ ਹਾਂ ਮੈਨੂੰ ਵੀ 15 ਲੱਖ ਚਾਹੀਦੇ ਨੇ, ਤੇ ਅਸੀਂ ਚਾਹੁੰਦੇ ਨੇ ਕਿ ਸਾਡਾ ਵਿਪਕਸ਼ ਨਾ ਕਾਂਗਰਸ ਬਹੁਤ ਸਟਰੋਂਗ ਰਹੇ, ਇਹਨੂੰ ਗੱਲ ਮੰਨਣੀ ਪਊਗੀ। ਤੇ ਸਾਨੂੰ ਸਟਰੋਂਗ ਵਿਪਕਸ਼ ਚਾਹੀਦਾ ਹੈਗਾ ਤੇ ਅਗਲੀ ਵਾਰ ਦੇ ਲਈ ਵੀ ਸਾਨੂੰ ਸਟਰੋਂਗ ਵਿਪਕਸ਼ ਦੇ ਵਿੱਚ ਕਾਂਗਰਸ ਚਾਹੀਦੀ ਹੈਗੀ। ਔਰ ਜਦੋਂ ਤੱਕ ਸਾਨੂੰ 15 ਲੱਖ ਨਹੀਂ ਮਿਲਦੇ, ਅਸੀਂ ਮੋਦੀ ਜੀ ਨੂੰ ਪ੍ਰਧਾਨ ਮੰਤਰੀ ਪਦ ਤੋਂ ਜਾਣ ਨਹੀਂ ਦੇਣਾ। ਰੰਧਾਵਾ ਸਾਹਿਬ ਚਾਹੁੰਦੇ ਵੀ ਡਿਵੈਲਪਮੈਂਟ ਬਹੁਤ ਹੋ ਰਹੀ ਹੈ, ਆ 4.5 ਸਾਲ ਦੀ ਸਰਕਾਰ ਤੋਂ ਬਾਅਦ 2-2000 ਰੁਪਏ ਦਾ ਚੈੱਕ ਦੇਣਾ ਸ਼ੁਰੂ ਕੀਤਾ ਕਿਸਾਨਾਂ ਨੂੰ। ਪਹਿਲੀ ਗੱਲ, 2000 ਰੁਪਇਆ ਕਿਸਾਨਾਂ ਨੂੰ, ਆਪਾਂ ਪੰਜਾਬ ਤੋਂ ਆ, ਕਿਸਾਨੀ ਨਾਲ ਸੰਬੰਧ ਰੱਖਦਾ, 2000 ਰੁਪਇਆ 17 ਰੁਪਏ ਰੋਜ਼ ਦੇ ਬਣਦੇ ਆ, ਤੁਹਾਨੂੰ ਲੱਗਦਾ ਜਾਇਜ਼ ਆ? ਉਹ ਬੇਇੱਜ਼ਤੀ ਨਹੀਂ ਕੀਤੀ, ਨੰਬਰ 1। ਨੰਬਰ 2, ਇਹ 4.5 ਸਾਲ ਵਾਲੀ ਚੇਤੇ ਆਇਆ ਸੀ ਮੋਦੀ ਸਾਹਿਬ ਨੂੰ ਵੀ ਚੈੱਕ ਹੁਣ ਦੇਣੇ ਆ। ਇਹ 4.5 ਸਾਲ ਪਹਿਲਾਂ ਸੁੱਤੇ ਰਹੇ ਸੀ, ਜਿਹੜੇ ਹੁਣ ਲੋਲੀਪੌਪ ਬਟਨੇ ਸ਼ੁਰੂ ਕੀਤੇ ਆ। ਇਲੈਕਸ਼ਨ ਕਮਿਸ਼ਨ ਨੂੰ ਕਹਿ ਕੇ ਇੰਨੀ ਲੇਟ ਇਲੈਕਸ਼ਨ ਅਨਾਉਂਸ ਕਰਾਈ ਹੈ, ਵੱਖ-ਵੱਖ ਸਟੇਟਾਂ 'ਚ ਗਿਆ, ਉਹਦੇ ਬਾਰੇ ਤੁਹਾਡਾ ਕੀ ਵਿਚਾਰ? ਹੁਣ ਮੈਂ ਜਵਾਬ ਦੇ ਸਕਦਾ? ਹਾਂਜੀ ਜੀ। ਪਹਿਲੀ ਤਾਂ ਗੱਲ ਆ ਕਿ ਦੇਖੋ, ਸਿਸਟਮ ਸਰਦਾਰ ਮਨਮੋਹਨ ਸਿੰਘ ਤੋਂ ਜ਼ਿਆਦਾ ਇੰਟੈਲੀਜੈਂਟ ਇਕਨੋਮਿਸਟ ਵੱਡਾ ਸਾਰੇ ਦੁਨੀਆ 'ਚ ਨਹੀਂ, ਹਰ ਇੱਕ ਨੂੰ ਪਤਾ ਹੈ। ਫਾਰਮੂਲੇ ਸਾਰੇ ਲਿਆਂਦੇ, ਇੰਪਲੀਮੈਂਟ ਕੋਈ ਨਹੀਂ ਕਰ ਸਕਿਆ। ਉਹ ਗੱਲ ਮੈਂ ਛੱਡ ਦੇਣਾ, ਲੱਗ ਜਾ ਕੇ ਕੀ ਹੁੰਦਾ ਰਿਹਾ। ਜੀਐਸਟੀ ਨੂੰ ਰੋਕਣ ਵਾਲੇ ਮੋਦੀ ਸਾਹਿਬ ਸੀ, ਉਹਨਾਂ ਨੇ ਨਹੀਂ ਲੱਗਣ ਦਿੱਤਾ ਜੀਐਸਟੀ ਪਹਿਲੇ। ਲੈਟ ਮੀ ਕੰਪਲੀਟ। ਕਾਂਗਰਸ ਆਪ ਮੰਨੀ ਹੈ, ਅਸੀਂ ਹਰ ਸਕੀਮ ਜਿਹੜੀ ਪ੍ਰਧਾਨ ਮੰਤਰੀ ਦੀ ਆਉਂਦੇ ਆ, ਰੁਪਈਆ ਹੀ ਦਿੰਦੇ ਆ ਤੇ ਐਂਡ ਤੇ 15 ਪੈਸੇ ਉੱਥੇ ਪਹੁੰਚਦੇ। ਇੱਕੋ ਹੀ ਸਿੰਪਲ ਸਾਰੇ ਹਿੰਦੁਸਤਾਨ ਨੂੰ ਆਇਡੈਂਟੀਟੀ ਕਾਰਡ ਤੇ ਚਾਹੀਦਾ ਸੀਗਾ। ਹਾਂਜੀ, ਜਿਹਦੇ ਨਾਲ ਇਹ ਪਤਾ ਲੱਗਿਆ ਬੰਦਾ ਕਿਹੜਾ ਕਿੱਥੇ ਆ, ਕੌਣ ਆ, ਕਿਹਦਾ ਖਾਤਾ ਆ। ਕੋਈ ਖਾਤੇ ਪਹਿਲਾਂ ਹੁੰਦੇ ਸੀ, ਇਹ ਖਾਤੇ ਖੁਲਾ ਦੇਣੀ, ਉਹਦੀ ਇੰਸ਼ੋਰੈਂਸ ਦੇਣੀ, ਇੱਕ ਬੜਾ ਵੱਡੀ ਜਿਹੜੀ ਸ਼ੁਰੂਆਤ ਸੀ। ਫਿਰ ਤੁਸੀਂ ਲੈ ਲਓ ਜਿਹੜੀ ਰਾਮਾਸਵਾਮੀ ਨਾਥਨ ਕਮਿਸ਼ਨ ਦੀ ਰਿਪੋਰਟ ਆ, ਕਾਂਗਰਸ ਦੇ ਵੇਲੇ ਆਈ, ਕਾਂਗਰਸ ਨੇ ਇਹ ਕਮਿਸ਼ਨ ਬਣਾਇਆ, ਉਦੋਂ ਹੀ ਅਪਰੂਵ ਹੋਈ। 10 ਸਾਲ ਕਾਂਗਰਸ ਬੈਠੀ ਰਹੀ ਹੈ,
10 ਸਾਲ ਕਾਂਗਰਸ ਬੈਠੀ ਰਹੀ ਆ, ਬਿਲਕੁਲ ਉਹਨੂੰ ਲਾਗੂ ਨਹੀਂ ਕੀਤਾ। ਜੇ ਕਰਨਾ ਸੀ ਤੇ ਉਹ ਸ਼ੁਰੂ ਕਰ ਲੈਂਦੇ। ਇਹ ਜਿਹੜਾ 2-2000 ਰੁਪਈਆ 2-2000 ਰੁਪਈਆ ਸਿੱਧਾ ਖਾਤਿਆਂ 'ਚ ਜਾਣ ਲੱਗਾ, ਇਹ ਸਟਾਰਟਿੰਗ ਆ ਕਿਸਾਨਾਂ ਲਈ। ਜੇ ਬਾਦਲ ਸਾਹਿਬ ਦਾ ਰਾਜ ਸੀਗਾ ਤੇ ਬਾਦਲ ਸਾਹਿਬ ਨੇ ਹਰ ਸਬਸਿਡੀ ਕਿਸਾਨਾਂ ਨੂੰ ਦਿੱਤੀ, ਔਰ ਉਹ ਸਾਰੀਆਂ ਸਬਸਿਡੀਜ਼ ਆ ਕੇ ਪੰਜਾਬ ਦੇ ਵਿੱਚ ਕਾਂਗਰਸ ਨੇ ਉਹ ਵਾਪਸ ਲੈ ਲਈਆਂ। ਕਿਸੇ ਚੀਜ਼ ਦਾ ਭੁਗਤਾਨ ਨਹੀਂ ਕੀਤਾ। ਈਵਨ ਜਿਹੜੇ ਵਰਕਰਸ ਨੇ ਉਹ ਤੁਰੇ ਫਿਰਦੇ ਆ, 45 ਤੋਂ 15,000 ਆ ਗਿਆ। ਮਤਲਬ ਜਿਹੜੀਆਂ ਨੇ, ਜੇ ਸਿਸਟਮ ਨਹੀਂ ਬਣਾਵਾਂਗੇ, ਸੁਵਿਧਾ ਕੇਂਦਰ ਬਣਾਏ, ਬੜੀ ਸਿੰਪਲ ਜੀ ਗੱਲ ਹੈ, ਸਾਰਾ ਜੀ ਕੰਪਿਊਟਰਾਈਜ਼ ਕਰ ਦਿਓ, ਸਾਨੂੰ ਫਰਦਾਂ ਨਹੀਂ ਮਿਲਦੀਆਂ, ਸਾਨੂੰ ਉਹ ਨਹੀਂ ਮਿਲਦਾ, ਸਾਨੂੰ ਆਹ ਨਹੀਂ ਮਿਲਦਾ। ਹਾਂਜੀ, 2200 ਸੁਵਿਧਾ ਸੈਂਟਰ ਬਣਾਇਆ, ਉੱਥੇ ਘਾਹ ਹੋ ਗਿਆ ਪਿਆ, ਉਹਨਾਂ ਨੂੰ ਇਹ ਚਾਲੂ ਨਹੀਂ ਰੱਖ ਸਕਦੇ। ਅੰਮ੍ਰਿਤਸਰ ਦੇ ਵਿੱਚ ਟਰਾਂਸਪੋਰਟ ਸਿਸਟਮ ਉੱਥੇ 5000 ਕਰੋੜ ਲਾ ਕੇ ਬਣਾਇਆ ਹੈ ਸਾਰਾ, ਲਾਸਟ ਗਵਰਨਮੈਂਟ ਨੇ ਉਹਨੂੰ ਚੱਲਣ ਨਹੀਂ ਦਿੱਤਾ। ਬਾਈਪਾਸ ਤੇ ਬੱਸਾਂ ਖੜੀਆਂ 200, ਉਹ ਸਿੱਧੂ ਸਾਹਿਬ ਨੇ ਨਹੀਂ ਜੀ ਮੈਂ ਤਾਂ ਉਹ ਬੱਸ ਵੀ ਨਹੀਂ ਚੱਲਣ ਦੇਣੀ, ਮੈਂ ਇਹ ਬੱਸਾਂ ਵੀ ਨਹੀਂ ਚੱਲਣ ਦੇਣੀ। ਉਹ ਸਮਾਂ ਸਾਡੇ ਕੋਲ ਜਿੰਨਾ ਕਿ ਸਮਾਂ ਹੈਗਾ ਜੀ, ਇੱਕ ਮਿੰਟ ਇਹਦੇ ਵਿੱਚ ਥੋੜਾ ਜਿਹਾ ਇੰਪਲੀਮੈਂਟ ਕਰੋ ਜੀ, ਇੰਪਲੀਮੈਂਟ ਥੋੜਾ ਜਿਹਾ ਪੰਜਾਬ ਨੂੰ ਉਹਦੇ ਬਾਰੇ ਚਰਚਾ ਕਰ ਲਈਏ, ਕਿਉਂਕਿ NRIs ਦੇ ਪੱਖ ਤੋਂ ਅਸੀਂ ਗੱਲ ਕਰ ਰਹੇ ਕਿ NRIs ਹੁਣ ਵੇਖ ਕਿੱਧਰ ਨੂੰ ਰਹੇ ਆ, ਉਹਦੇ ਬਾਰੇ ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹੂੰਗਾ। ਹੁਣ NRIs ਕਿੱਧਰ ਨੂੰ ਜਾਣ ਜੀ, ਤੁਸੀਂ ਦੱਸਿਓ ਜਰਾ, ਜੋ ਸਥਿਤੀ ਬਣੀ ਹੁਣ। ਦੇਖੋ ਜਿਹੜੀ ਹਾਲਾਤ ਇਸ ਵੇਲੇ ਹੈਗੇ ਨੇ ਜੀ, NRIs ਆਪਣਾ ਯੋਗਦਾਨ ਪਾਈ ਜਾਂਦੇ, ਪਾਉਂਦੇ ਰਹਿਣਗੇ। ਅਗਰ ਸਾਡੀ ਉੱਥੇ ਡਿਵੈਲਪਮੈਂਟ ਜਿਹੜੀ ਥੋੜੀ ਵਧੇ, ਜਿਹੜੀ ਕਿ ਬਿਲਕੁਲ ਡੈਡ ਹੋ ਗਈ ਜਦੋਂ ਅਕਾਲੀ ਸਰਕਾਰ ਰਹੀ ਹੈ ਪੰਜਾਬ ਦੇ ਵਿੱਚ, ਉਹਦੇ ਵਿੱਚ ਡਿਵੈਲਪਮੈਂਟ ਨਾਂ ਦੀ ਕੋਈ ਚੀਜ਼ ਨਹੀਂ ਹੋਈ। ਸਾਰਾ ਕਿਸਾਨੀ ਜਿਹੜੀ ਸਤਿਆਨਾਸ਼ ਹੋ ਗਿਆ। ਜੇ ਡਰੱਗਸ ਆਈਆਂ ਤਾਂ ਉਦੋਂ ਵੀ ਉਹਨਾਂ ਦੇ ਟਾਈਮ 'ਚ ਆਈਆਂ, ਜੇ ਜਵਾਨੀ ਰੁਲ ਗਈ ਤੇ ਤਬਾਹ ਹੋ ਗਈ, ਤੇ ਉਹ ਵੀ ਅਕਾਲੀ ਦਲ ਦੇ ਰਾਜ ਦੇ ਵਿੱਚ ਹੀ ਹੋਇਆ। ਕੋਸ਼ਿਸ਼ ਕਰ ਰਹੀ ਹੈ ਕਾਂਗਰਸ ਸਰਕਾਰ ਹਰ ਪਹਿਲੂ ਤੋਂ ਕਿਸਾਨਾਂ ਦੀ ਮਦਦ ਵੀ ਕਰ ਰਹੀ ਹੈ। ਜਿਹੜੀ ਤੁਸੀਂ ਗੱਲ ਕਰਦੇ ਹੋ ਕਿ ਨੌਕਰੀਆਂ ਲੋਕੀ ਮੰਗਦੇ ਫਿਰਦੇ ਹੋ ਜੀ, ਉਹ ਐਗਰੀਮੈਂਟ ਸਾਈਨ ਜਿਹੜਾ ਅਕਾਲੀ ਦਲ ਦੇ ਟਾਈਮ 'ਚ ਹੋਇਆ ਉਹਨਾਂ ਵਰਕਰਾਂ ਦੇ ਨਾਲ, ਔਰ ਉਹ ਇਹ ਸਰਕਾਰ ਨੇ ਕਿਹਾ ਤੁਸੀਂ ਤਾਂ ਆਲਰੇਡੀ ਇੱਕ ਐਗਰੀਮੈਂਟ ਸਾਈਨ ਕੀਤਾ, ਅਸੀਂ ਤੁਹਾਨੂੰ ਹੁਣ ਉਹ ਐਗਰੀਮੈਂਟ ਕਿੱਦਾਂ ਤੋੜ ਦਈਏ। ਜਿਨ੍ਹਾਂ ਨੇ ਜਦੋਂ ਤੁਹਾਡਾ ਐਗਰੀਮੈਂਟ ਖਤਮ ਹੋਏਗਾ ਉਦੋਂ ਬਾਅਦ ਨਵੇਂ ਸਿਰੇ ਤੋਂ ਕੁਝ ਲੋਕਾਂ ਨੂੰ ਉਹਨੇ ਹਾਇਰ ਕੀਤਾ ਵੀ ਹੈ। 500 ਨਰਸਿਸ ਨੂੰ ਨੌਕਰੀ ਦਿੱਤੀ ਹੈ, ਟੀਚਰ 15,000 ਕਿੰਨੇ ਹਜ਼ਾਰ ਉਹ ਵਾਪਸ ਲੈ ਰਹੇ ਆ। ਪਰ ਇਹੀ ਗੱਲ, ਜਦੋਂ ਉਹਨਾਂ ਨੇ ਐਗਰੀਮੈਂਟ ਕੀਤਾ ਸੀ ਉਦੋਂ ਨਹੀਂ ਉਹਨਾਂ ਨੇ ਸੋਚਿਆ, ਉਦੋਂ ਨੌਕਰੀ ਚਾਹੀਦੀ ਸੀ। ਉਦੋਂ ਤੱਕ 6,000 ਤੇ ਵੀ ਲੋਕਾਂ ਨੇ ਨੌਕਰੀ ਸਾਈਨ ਕਰ ਲਈ। ਹੁਣ ਉਹਦਾ ਐਗਰੀਮੈਂਟ ਜਿਹੜਾ ਜਦੋਂ ਪੂਰਾ ਹੋਏਗਾ ਉਦੋਂ ਰੈਗੂਲਰ ਹੋਣਗੇ। ਸਰਕਾਰ ਆਪਣਾ ਕੰਮ ਕਰ ਰਹੀ ਹੈ, ਇਹ ਵੱਖਰੀ ਗੱਲ ਹੈ ਕਿ ਆਪੋਜੀਸ਼ਨ ਤੇ ਕਹੀ ਜਾਣਾ ਕੁਝ ਨਹੀਂ ਕੀਤਾ, ਕੁਝ ਨਹੀਂ। ਰਵੀ ਜੀ, ਸਰਜੀਕਲ ਸਟ੍ਰਾਈਕ ਦੇ ਉੱਪਰ ਜਿਹੜੀ ਪਹਿਲਾਂ ਵੀ ਸਰਜੀਕਲ ਸਟ੍ਰਾਈਕ ਹੋਈਆਂ, ਉਸ ਤੋਂ ਬਾਅਦ ਇਹ ਜਿਹੜੀ ਸਰਜੀਕਲ ਸਟ੍ਰਾਈਕ ਹੋਈ, ਇਹਨੂੰ ਲੈ ਕੇ ਪਾਰਟੀ ਬੜੇ ਜੋਸ਼ ਵਿੱਚ ਆ ਜਾਂਦੀ ਹੈ ਕਿ ਜਿਵੇਂ ਪਾਰਟੀ ਦੇ ਕੋਈ ਨੁਮਾਇੰਦੇ ਜਾ ਕੇ ਉੱਥੇ ਸਟ੍ਰਾਈਕ ਕਰਕੇ ਆਏ, ਫੌਜ ਨੂੰ ਸਿਆਸੀ ਆਪਣੇ ਹਿੱਤ ਵਾਸਤੇ ਵਰਤਣ ਦੀ ਕੋਸ਼ਿਸ਼ ਜਿਹੜੀ ਇੱਕਦਮ ਸ਼ੁਰੂ ਹੋ ਜਾਂਦੀ ਹੈ। ਇਸ ਮੁੱਦੇ ਤੇ ਕਿਤੇ ਨਾ ਕਿਤੇ ਮੋਦੀ ਸਰਕਾਰ ਘਿਰਦੀ ਨਜ਼ਰ ਆ ਰਹੀ ਹੈ। ਤੁਹਾਨੂੰ ਲੱਗਦਾ ਸਰਜੀਕਲ ਸਟ੍ਰਾਈਕ ਕਦੇ ਉਲਟੀ ਨਾ ਪੈ ਜੇ ਭਾਜਪਾ ਨੂੰ? ਜੀ ਉਲਟੀ ਕਾਹਦੇ ਲਈ ਪੈਣੀ ਹੈ ਜੀ? ਪਹਿਲੀ ਗੱਲ ਆ ਦੱਸੋ ਮੈਨੂੰ, ਮੈਂ ਸਾਰਿਆਂ ਤੋਂ ਪੁੱਛਣਾ ਚਾਹੁੰਦਾ ਹਾਂ, ਜੇ ਸਰਜੀਕਲ ਸਟ੍ਰਾਈਕ ਅਨਸਕਸੈਸਫੁਲ ਹੁੰਦੀ ਤੇ ਗਾਲਾਂ ਕਿਹਨੂੰ ਪੈਣੀ ਸੀ? ਸਿੱਧਾ ਮੋਦੀ ਜੀ ਦੇ ਹੀ ਪੈਣੀ ਸੀ ਕਿ ਆ ਸਰਕਾਰ ਨੇ ਆ ਕੀਤਾ, ਦੇਖੋ ਮਾੜਾ ਕੰਮ ਕੀਤਾ। ਜੇ ਸਰਜੀਕਲ ਸਟ੍ਰਾਈਕ ਤਾਂ ਫੌਜ ਨਹੀਂ ਕਰਨੀ ਹੈ, ਐਂਡ ਅਸੀਂ ਹੈ ਨਾ ਫੌਜ ਦੇ ਦੇਸ਼ ਭਗਤੀ ਦੇ ਉੱਤੇ ਵੀ ਹੁਣ ਮੋਦੀ ਵਿਰੋਧ ਦੇ ਵਿੱਚ ਫੌਜ ਦੇ ਉੱਤੇ ਵੀ ਸਵਾਲੀਆ ਨਿਸ਼ਾਨ ਲਾ ਰਹੇ ਨੇ। ਫੌਜ ਨੇ ਕੀ ਕੀਤਾ ਹੈ? ਅਸੀਂ ਜਾ ਕੇ ਸਟ੍ਰਾਈਕ ਸਕਸੈਸਫੁਲ ਸੀ, ਟਾਰਗੇਟ ਡਿਸਟਰੋਏ ਕਰ ਦਿੱਤੇ, ਤੇ ਫੌਜ ਉੱਥੇ ਜਾ ਕੇ ਹੁਣ ਨੀਵੇਂ ਜਾ ਕੇ ਫਿਰ ਪਹਿਲਾਂ ਲਾਸ਼ਾਂ ਗਿਣਨ, ਉਹਨਾਂ ਦੀ ਵੀਡੀਓ ਬਣਾਏ, ਉਹਨਾਂ ਦੇ ਪਹਿਲਾਂ ਬਾਇਓਮੈਟ੍ਰਿਕਸ ਲੈ ਕੇ ਪਹਿਲਾਂ ਬਿਫੋਰ ਐਂਡ ਆਫਟਰ ਪਿਕਚਰ ਲਏ, ਫਿਰ ਨਾਲ ਮੈਂ ਤਾਂ ਇਦਾਂ ਕਹਿੰਦਾ ਕਿ ਦੋ ਚਾਰ ਲੋਕਾਂ ਨੂੰ ਇੱਕ ਕਾਂਗਰਸ ਤੇ ਨਾਲ ਉਹਨਾਂ ਨੂੰ ਬੰਮਾਂ ਨਾਲ ਡ੍ਰੌਪ ਕਰ ਦੇਣਾ ਚਾਹੀਦਾ ਸੀ, ਤੇ ਉੱਥੇ ਜਾ ਕੇ ਸਾਰੇ ਸਬੂਤ ਲੈ ਕੇ ਫਿਰ ਮੁੜ ਕੇ ਆਉਂਦੇ ਕਿ ਚਲੋ ਇਦਾਂ ਹੋ ਗਿਆ। ਤੇ ਦੂਜੀ ਗੱਲ ਆ ਕਹਿ ਰਹੇ ਨੇ ਕਿ ਉਹਨਾਂ ਦੇ ਪੁੱਠੇ ਪਊਗੀ। ਬੀਜੇਪੀ ਨੇ ਕਿੱਥੇ ਨਹੀਂ ਕਿਹਾ ਕਿ ਅਸੀਂ ਸਟ੍ਰਾਈਕ ਕੀਤੀ ਹੈ, ਬਟ ਡਿਸਾਈਸਿਵ ਪ੍ਰਾਈਮ ਮਿਨਿਸਟਰ ਹੈਗੇ, ਕੁਇਕ ਐਕਸ਼ਨ ਹੋਇਆ, ਵੀ ਸ਼ੁੱਡ ਗਿਵ ਹਿਮ। ਜਦੋਂ ਅਸੀਂ ਕਹਿੰਦੇ ਨੇ ਜੇ ਨਹੀਂ ਹੁੰਦੀ ਤੇ ਗਾਲਾਂ ਉਹਨਾਂ ਨੂੰ ਵਜਾਣੇ ਸੀ, ਤੇ ਹੁਣ ਉਹਨਾਂ ਨੂੰ ਮਤਲਬ ਇਦਾਂ ਵੀ ਨਹੀਂ ਜਾ ਸਕਦਾ ਕਿ ਹੀ ਟੁਕ ਡਿਸਾਈਸਿਵ ਐਕਸ਼ਨ। ਆਈ ਥਿੰਕ ਦੈਟ ਇਜ਼ ਪ੍ਰੀਟੀ ਅਨਫੋਰਚੂਨੇਟ। ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਜਿਹੜੀ ਸਟ੍ਰਾਈਕ ਹੋਈ, ਜੋ ਚੀਫ ਆਫ ਏਅਰ ਸਟਾਫ ਨੇ ਕਹਿ ਦਿੱਤਾ ਕਿ ਅਸੀਂ ਤਾਂ ਟਾਰਗੇਟ ਜਿਹੜਾ ਰੱਖਿਆ ਸੀ ਅਸੀਂ ਕੀਤਾ, ਜੋ ਵੀ ਹੋਇਆ। ਜੇ ਅਗਰ ਇਹ ਪੋਲੀਟੀਕਲ ਮਾਈਲੇਜ ਨਾ ਲੈਣ ਦੀ ਕੋਸ਼ਿਸ਼ ਕਰਦੀ ਬੀਜੇਪੀ ਕਿ ਅਸੀਂ ਕੀਤਾ, ਅਸੀਂ ਕਰਾਇਆ, ਉਹ ਕੋਈ ਕਰ ਹੀ ਨਹੀਂ ਸਕਦਾ, ਇਹ ਕਦੀ ਰੌਲਾ ਨਹੀਂ ਸੀ ਪੈਣਾ। ਜਦੋਂ ਇਹ ਪਿਛਲੀ ਵਾਰੀ ਵੀ ਜਦੋਂ ਸਟ੍ਰਾਈਕ ਹੋਈ ਹੈ ਉਦੋਂ ਵੀ ਇਹਨਾਂ ਨੇ ਪੋਲੀਟੀਕਲ ਮਾਈਲੇਜ ਲੈਣ ਦੀ ਕੋਸ਼ਿਸ਼ ਕੀਤੀ ਤੇ ਉਸੇ ਕਰਕੇ ਰੌਲਾ ਪਿਆ। ਦੂਜੀਆਂ ਪਾਰਟੀਆਂ ਨੂੰ ਨੁਕਸਾਨ ਪਹੁੰਚਦਾ। ਰਹੀ ਗੱਲ ਇਹ ਜਿਹੜੀ ਸਟ੍ਰਾਈਕ ਕਰਨ ਦੀ ਲੋੜ ਕਿਉਂ ਪਈ? ਕਿਉਂਕਿ ਸਾਡੇ 40 ਜਿਹੜੇ ਨੌਜਵਾਨ ਮਾਰ ਦਿੱਤੇ ਗਏ, ਐਂਡ ਇਟਸ ਪਿਓਰਲੀ ਫੇਲਿਅਰ ਆਫ ਇੰਡੀਅਨ ਇੰਟੈਲੀਜੈਂਸ। ਇਹਨਾਂ ਕੋਲ ਇਨਫੋਰਮੇਸ਼ਨ ਸੀ ਕਿ ਕੁਝ ਨਾ ਕੁਝ ਹੋਣ ਜਾ ਰਿਹਾ। 2.5 ਕੁਇੰਟਲ RDX ਜਿਹੜਾ ਉਹ ਦੂਜੇ ਮੁਲਕ ਤੋਂ ਆਇਆ, ਕਿੱਦਾਂ ਅੰਦਰ ਆ ਗਿਆ? ਇਹ ਸਭ ਕੁਝ ਮੋਦੀ ਸਾਹਿਬ ਨੂੰ ਪਤਾ ਸੀ। ਮੈਂ ਹੁਣ ਇੱਕੋ ਗੱਲ ਕਰਨਾ ਕਿ ਮੈਂ ਨਹੀਂ ਕਹਿੰਦਾ ਇਹ ਗੱਲ, ਜਿਹੜੀ ਮਮਤਾ ਬੈਨਰਜੀ ਹੈ ਉਹਨਾਂ ਨੇ ਇਹ ਗੱਲ ਇਹਦੇ ਤੇ TV ਤੇ ਗੱਲ ਕਹੀ, ਬਿਆਨ ਦਿੱਤਾ ਕਿ ਮੋਦੀ ਸਾਹਿਬ ਨੂੰ ਸਭ ਕੁਝ ਪਤਾ ਸੀ। ਹੀ ਲੈਟ ਇਟ ਹੈਪਨ ਸੋ ਦੈਟ ਹੀ ਕੈਨ ਹੈਵ ਅ ਪੋਲੀਟੀਕਲ ਮਾਈਲੇਜ ਫਰਮ ਦਿਸ। 44-45 ਬੰਦੇ ਨੌਜਵਾਨ ਮਾਰੇ ਗਏ, ਇਹ ਸਾਰਾ ਕਸੂਰ ਸਰਕਾਰ ਦਾ, ਇਹਨਾਂ ਦੀ ਫੇਲਵਰ ਸੀਗੀ।
ਔਰ ਇਹ ਕਹਿੰਦੇ ਸਟ੍ਰਾਈਕ ਅਸੀਂ ਕਰ ਤੱਕ ਰੰਧਾਵੇ ਜਵਾਬ ਦੇਣਗੇ। ਹਾਂਜੀ ਕਮਲ ਜੀ, ਦੇਖੋ ਜਿਹੜੀ ਪਹਿਲੀ ਸਟ੍ਰਾਈਕ ਹੋਈ ਸੀਗੀ, ਹਾਂਜੀ, ਉਹਦੇ ਵਿੱਚ ਜੇ ਮਾਈਲੇਜ ਲਈ ਜਾ ਉਹਨਾਂ ਨੇ ਕਿਹਾ ਹੈਗਾ, ਉਦੋਂ ਇਲੈਕਸ਼ਨ ਤੇ ਨਹੀਂ ਸੀ। ਇਲੈਕਸ਼ਨ ਤਾਂ ਹੁਣ ਸੀਗੀ। ਨਹੀਂ, ਇੱਕ ਮਿੰਟ, ਲੋਕ ਸਭਾ ਇਲੈਕਸ਼ਨ ਹੋਣਾ ਹੈ, ਪਹਿਲਾਂ ਤਾਂ ਇਲੈਕਸ਼ਨ ਹੋਈ ਹੈ। ਪਹਿਲਾਂ ਤਾਂ ਇਲੈਕਸ਼ਨ ਨਹੀਂ ਸੀ ਨਾ, ਕਿਉਂਕਿ ਉਹਨਾਂ ਨੇ ਉਦੋਂ ਵੀ ਕੋਈ ਐਕਸ਼ਨ ਲਿਆ, ਇਹਨਾਂ ਨੇ ਹੁਣ ਵੀ ਕੋਈ ਐਕਸ਼ਨ ਲਿਆ। ਜਿਹੜੀ ਕਸ਼ਮੀਰ ਦੇ ਵਿੱਚ ਹੁਣ ਵੀ ਬੜੇ ਤਰੀਕੇ ਦੇ ਨਾਲ ਕੰਟਰੋਲ ਕੀਤਾ ਜਾ ਰਿਹਾ। 71 ਦੀ ਵਾਰ ਦੇ ਵਿੱਚ ਕੀ ਇੰਦਰਾ ਗਾਂਧੀ ਨੇ ਮਾਈਲੇਜ ਨਹੀਂ ਸੀ ਲਈ? she made another country. ਔਰ ਇਮੀਡੀਏਟ ਨਹੀਂ ਵਧੀਆ ਗੱਲ ਹੈ। ਇਮੀਡੀਏਟਲੀ ਉਸ ਤੋਂ ਬਾਅਦ ਜਦੋਂ ਲੈਣਾ ਉਹ ਲੈਣਾ ਹੀ ਹੈ। ਇਹਦੇ ਵਿੱਚ ਇਲੈਕਸ਼ਨ ਇੰਡੀਆ ਦੇ ਵਿੱਚ 30 ਸਟੇਟਾਂ ਨੇ। ਲੈਟ ਮੀ ਕੰਪਲੀਟ ਦਾ ਹੋਲ। ਕਿਹੜੇ ਵੇਲੇ ਬੰਦਾ ਕਿਹੜੇ ਵੇਲੇ ਕਿਹੜੀ ਪਾਰਟੀ ਉਹ ਨਹੀਂ ਲੈਣਾ ਚਾਹੁੰਦੀ? 71 ਦੀ ਵਾਰ ਤੋਂ ਬਾਅਦ ਇਮੀਡੀਏਟਲੀ ਇਲੈਕਸ਼ਨ ਅਨਾਉਂਸ ਹੋਈ। ਸੇਮ ਗੱਲ ਜਦੋਂ ਅਕਾਲ ਤਖਤ ਸਾਹਿਬ ਤੇ ਅਟੈਕ ਹੋਇਆ, ਉਸ ਤੋਂ ਬਾਅਦ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਨੂੰ ਜਿਉਂਦਾ ਰੱਖਿਆ ਗਿਆ। ਅਪਾਰ ਸਿੰਘ ਬਾਜਵਾ ਨੇ ਅੰਮ੍ਰਿਤਸਰ ਆਪ ਜਾ ਕੇ ਸ਼ਨਾਖਤ ਕੀਤੀ ਹੈ। ਸਿਟੀ ਇੰਸਪੈਕਟਰ ਸੀਗੇ ਕਿ ਸੰਤ ਜਰਨੈਲ ਸਿੰਘ ਜੀ ਸ਼ਹੀਦ ਹੋ ਗਏ। ਹਾਂਜੀ, ਉਸ ਤੋਂ ਬਾਅਦ ਅਗਲੇ 10 ਦਿਨਾਂ ਦੇ ਵਿੱਚ ਗਵਰਨਮੈਂਟ ਦੇ ਚੈਨਲਸ ਤੋਂ ਉਹਨਾਂ ਨੂੰ ਜਿਉਂਦਿਆਂ ਰੱਖਿਆ ਗਿਆ, ਕਿਉਂਕਿ ਬਾਕੀ ਸਾਰੇ ਹਿੰਦੁਸਤਾਨ ਦਾ ਜਿਹੜਾ ਆਵਾਮ ਹੈ ਉਹਨੂੰ ਡਰਾ ਕੇ ਸਿੱਖਾਂ ਨੂੰ ਬਦਨਾਮ ਕਰਕੇ ਤੇ ਇਹ ਇਲੈਕਸ਼ਨ ਜਿੱਤੀ ਜਾ ਸਕੇ। ਔਰ ਇੱਕ ਮਿੰਟ, ਉਹੀ ਹੋਇਆ, ਉੱਤੇ ਗੱਲ ਕਰੀਏ ਹਾਂਜੀ, ਉਸੇ ਹੋਇਆ। ਕੀ ਉਹਨਾਂ ਨੇ ਕੀ ਇੰਦਰਾ ਗਾਂਧੀ ਦੇ ਜਿਹੜਾ ਹੈਗਾ ਕਿਹਨੇ ਕਰਾਇਆ ਅਟੈਕ? ਕਾਲੀਆਂ ਨੇ ਅਟੈਕ ਕਰਾਇਆ। ਦੇ ਵੈਂਟ ਇੰਦਰਾ ਗਾਂਧੀ। ਐਵੇਂ ਮੜਨ ਵਾਲੀ ਗੱਲ ਨਾ ਕਰਿਆ ਕਰੋ। ਸਾਰੀ ਕਾਲੀਆਂ ਦਾ ਕੰਟਰੋਲ ਸੀਗਾ ਡਿਫੈਂਸ ਤੇ। ਮੈਂ ਤਾਂ ਹੀ ਕਹਿੰਦਾ ਆਪਾਂ ਸਬਜੈਕਟ ਉਹਨਾਂ ਨੇ ਸਬਜੈਕਟ ਮੈਂ ਸਬਜੈਕਟ ਦੇ ਆਉਣ ਲੱਗਾ। ਮੈਂ ਸਬਜੈਕਟ ਦੇ ਆਉਣ ਲੱਗਾ। ਉਹਨਾਂ ਬੁੱਕ ਲਿਖੀ ਉਹ ਪੜ੍ਹ ਲਿਓ ਜਾ ਕੇ। ਮੈਂ ਕਿਹਾ ਕਿ ਮੈਂ ਸਬਜੈਕਟ ਤੇ ਆ ਜੀ। ਮੈਂ ਸਬਜੈਕਟ ਤੇ ਆਉਣ ਲੱਗਾ। ਜਿਹੜੀਆਂ ਗਵਰਨਮੈਂਟਾਂ ਮੌਕੇ ਦੀਆਂ ਨੇ ਉਹਨਾਂ ਨੇ ਤੇ ਆਪਣਾ ਆਵਾਮ ਮਾਰ ਕੇ ਫਿਰ ਵੀ ਜਿਹੜੀ ਆ ਆਪਣੀ ਬੱਲੇ ਬੱਲੇ ਕਰਵਾਈ ਆ, ਇਲੈਕਸ਼ਨਾਂ ਜਿੱਤੀਆਂ ਨੇ। ਰਾਜੀਵ ਗਾਂਧੀ ਸਾਰੀ ਸਿੰਪਥੀ ਵੋਟ ਤੇ ਜਿੱਤਿਆ ਸੀ। ਹਾਂਜੀ, ਉਹ ਕਿਹੜੇ ਮੁੱਦੇ ਤੇ ਜਿੱਤਿਆ ਸੀ? ਸਿੰਪਥੀ ਵੋਟ ਤੇ ਜਿੱਤਿਆ ਸੀ। ਹਾਂਜੀ, ਤੁਸੀਂ ਬਲੇਮ ਬੀਜੇਪੀ ਨੂੰ ਲਾਉਂਦੇ ਹੋ। ਲੀਡਰ ਆਪਣਾ ਮਰਵਾ ਲਓ। ਉਹੀ ਗੱਲਬਾਤ ਹੁਣ ਹੋ ਰਹੀ ਹੈ। ਤੁਸੀਂ ਸਿੰਪਥੀ ਦੀ ਗੱਲ ਕਰ ਰਹੇ ਆ। 2-3 ਗੱਲਾਂ ਜਿਹੜੀਆਂ ਆਈ ਥਿੰਕ ਆਪਾਂ ਸਭ ਨੂੰ ਪਤਾ ਆ। ਇੱਕ ਤਾਂ ਅਟੈਕ 14 ਫਰਵਰੀ ਨੂੰ ਹੁੰਦਾ ਆ। ਜਨਵਰੀ ਦੇ ਮਿਡ 'ਚ ਵੀ ਰੌ ਨੂੰ ਪਤਾ ਲੱਗਦਾ ਆ ਵੀ ਕੋਈ ਖਤਰਾ ਆ, ਕੋਈ ਐਕਸ਼ਨ ਲਿਆ ਜਾਵੇ। 8 ਫਰਵਰੀ ਨੂੰ ਵੀ ਸੂਚਨਾ ਆਉਂਦੀ ਆ ਰੌ ਨੂੰ ਵੀ ਕੋਈ ਨਾ ਕੁਛ ਅਟੈਕ ਹੋ ਸਕਦਾ ਆ। ਆਪਾਂ ਪਤਾ ਸੀ ਹੋਮ ਮਿਨਿਸਟਰ ਨੂੰ, ਅਮਿਤ ਸ਼ਾਹ ਨੂੰ, ਜਿਹੜੀ ਆ ਤ੍ਰਿਮੂਰਤੀ ਆ, ਦੇ ਨਿਊ ਐਵਰੀਥਿੰਗ ਵੀ ਕੁਛ ਹੋ ਰਿਹਾ। ਦੇ ਲੈਟ ਇਟ ਗੋ, ਕਿ ਜੋ ਹੁੰਦਾ ਆ ਵੀ ਵਿਲ ਸੀ। ਕਸ਼ਮੀਰ 'ਚ ਇੰਨੀ ਸਿਕਿਉਰਿਟੀ ਇਹ ਤੇਜ਼ ਆ। ਤੁਸੀਂ 2.5 ਕੁਆਂਟਲ RDX ਮਤਲਬ ਨੇਕੜ ਆੜ ਕੇ ਕੀ ਨੂੰ ਕਵਾਂ ਕਿੱਦਾਂ ਘੁੰਮਦਾ ਪਿਆ ਸੀ ਉੱਥੇ। ਕਿਸੇ ਨੇ ਕੋਈ ਉਹਦੀ ਪੁੱਛ ਪੜਤਾਲ ਨਹੀਂ ਕੀਤੀ। ਥੋੜੇ ਬਹੁਤੇ ਫੈਕਟਸ ਹੋਰ ਕੱਢਿਆ। ਅਟੈਕ ਹੁੰਦਾ ਆ। ਮੋਦੀ ਜੀ ਕੈਪਟ ਔਨ ਡੂਇੰਗ ਦ ਸ਼ੂਟਿੰਗ ਫॉर ਹਿਸ ਮੂਵੀ ਜਿਹੜੀ ਕਾਰਬੇਟ ਨੈਸ਼ਨਲ ਪਾਰਕ ਚੱਲਦੀ ਪਈ ਸੀ। ਹੀ ਡਿਡਨਟ ਨੋ ਕਿ ਅਟੈਕ ਹੋ ਗਿਆ। ਇੰਨੀ ਉਹਨਾਂ ਨੂੰ ਸੀਗੀ ਸਿੰਪਥੀ। 40 ਬੰਦੇ ਮਰ ਗਏ ਆ। ਸਰਜੀਕਲ ਸਟ੍ਰਾਈਕ ਕਰ, 에ਅਰ ਸਟ੍ਰਾਈਕ ਕਰ, ਉੱਥੋਂ ਹਿਲ ਨਹੀਂ ਹੋਇਆ। ਉਹਨਾਂ ਨੂੰ ਕੁਝ ਨਹੀਂ ਪਤਾ ਸੀਗਾ। ਸੋ ਕਿਤੇ ਨਾ ਕਿਤੇ ਮੈਨੂੰ ਪਤਾ ਟਾਈਮ ਥੋੜਾ ਗੱਲਾਂ ਤੇ ਹਾਲੇ ਇਨਵੈਸਟੀਗੇਸ਼ਨ ਸ਼ਾਇਦ ਨਹੀਂ ਰਹੀ ਹੋਈ ਆ, ਬਟ ਕਿਤੇ ਨਾ ਕਿਤੇ ਮਮਤਾ ਬੈਨਰਜੀ ਨੇ ਗੱਲ ਕੀਤੀ। ਮੋਦੀ ਜੀ ਨੂੰ ਇੰਨਾ ਪਤਾ ਸੀ ਵੀ ਹਜ਼ਾਰਾਂ ਰੈਲੀਆਂ ਦੇ ਪਿੱਛੇ ਇੱਕ 에ਅਰ ਸਟ੍ਰਾਈਕ ਜਿਹੜੀ ਆ ਜੇ ਮੈਂ ਕਰ ਗਿਆ ਉਹ ਕਾਮਯਾਬ ਹੋਣੀ ਆ। ਉਹ ਲੋਕਾਂ ਨੂੰ ਬੇਵਕੂਫ ਬਣਾ ਰਹੇ ਆ। ਲੋਕੀ ਬਹੁਤ ਸਿਆਣੇ। ਮੈਂ ਇਨਸ਼ੋਰਟ ਸਿਕਿਉਰਿਟੀ ਦੀ ਗੱਲ ਕਰਦਾ। ਜਦੋਂ ਰਾਜੀਵ ਗਾਂਧੀ ਦੀ ਹੱਤਿਆ ਹੋਈ ਸੀ, ਸਿਕਿਉਰਿਟੀ ਨੇ ਉਦੋਂ ਵੀ ਕਿਹਾ ਸੀ ਤੁਸੀਂ ਪਬਲਿਕ ਨਹੀਂ ਜਾਣਾ। ਉਹ ਵੀ ਸਿਕਿਉਰਿਟੀ ਦਾ ਫੇਲੂਅਰ ਸੀਗਾ। ਔਰ ਜੇ ਉਹਨਾਂ ਦੇ ਆ ਸਭ ਤੋਂ ਪਹਿਲੀ ਗੱਲ ਹੈ, ਮੈਨੂੰ ਲੱਗਦਾ ਹੈ ਸਿੰਗਲਾ ਸਾਹਿਬ ਦੇ ਕੋਲ ਨਾ ਇੰਟੈਲੀਜੈਂਸ ਦੇ ਬਹੁਤ ਅਧਿਕ ਇਨਪੁਟਸ ਨੇ। ਦੂਜੇ ਉਸ ਅਨਬਾਇਸਡ ਮੀਡੀਆ ਸਾਰੀਆਂ ਰਿਪੋਰਟਾਂ ਅਨਬਾਇਸਡ ਮੀਡੀਆ ਚਲੋ ਇਹਨਾਂ ਦੇ ਇਨਪੁਟ ਇਹਨਾਂ ਨੂੰ ਦੇ ਦਿੰਦੀ ਹੈ ਜੋ ਸਾਨੂੰ ਨਹੀਂ ਪਤਾ ਲੱਗਦਾ ਤੇ ਉੱਤੇ ਨਹੀਂ ਪਤਾ ਲੱਗਿਆ। ਤੇ ਦੂਜੀ ਗੱਲ ਆ ਹੈਗੀ ਕਿ ਜੋ ਹੈਂਡਲਰ ਸੀ ਉਹ ਫੜਿਆ ਗਿਆ, ਜੋ ਕੈਰੀਅਰ ਸੀ ਉਹ ਫੜਿਆ ਗਿਆ। top leadership 18 people who were responsible have been eliminated। ਆ ਗੱਲਾਂ ਨਹੀਂ ਆਉਂਦੀ ਉਹ ਮੀਡੀਆ ਬਿਲਕੁਲ ਵਕਤ ਇਜਾਜ਼ਤ ਨਹੀਂ ਦੇ ਰਿਹਾ ਕਿ ਅਸੀਂ ਗੱਲਬਾਤ ਨੂੰ ਹੋਰ ਅੱਗੇ ਵਧਾ ਸਕੀਏ। ਸਾਰੇ ਬੁਲਾਰੇ ਨੇ ਆਪੋ ਆਪਣੀ ਪਾਰਟੀ ਦਾ ਪੱਖ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਤੁਸੀਂ ਸਾਰੇ ਖੁਦ ਸਿਆਣੇ ਹੋ, ਸਮਝਦਾਰ ਹੋ। ਤੁਹਾਨੂੰ ਇਹਦੇ ਵਿੱਚੋਂ ਕੀ ਨਿਕਲਦਾ ਜਾਪਦਾ? ਤੁਹਾਨੂੰ ਕੀ ਲੱਗਦਾ ਕਿ ਕਿਹੜੀ ਪਾਰਟੀ ਸਹੀ ਹੈ ਦੇਸ਼ ਵਾਸਤੇ, ਦੇਸ਼ ਨੂੰ ਚਲਾਉਣ ਵਾਸਤੇ? ਮੌਜੂਦਾ ਜੋ ਸੱਤਾਧਾਰੀ ਧਿਰ ਹੈ ਜਾਂ ਬਾਕੀ ਜਿਹੜੇ ਮਹਾਗਠਬੰਧਨ ਬਣ ਰਹੇ ਆ ਕਾਂਗਰਸ ਦੇ ਨਾਲ, ਜਾਂ ਬਾਕੀ ਪਾਰਟੀਆਂ ਜਿਹੜੀਆਂ ਖੜਦੀਆਂ ਨੇ ਉਹ ਸਹੀ ਨੇ?
ਵੋਟ ਦਾ ਫੈਸਲਾ ਉਹ ਤੁਸੀਂ ਕਰਨਾ ਹੈ, ਕਿਉਂਕਿ ਪ੍ਰਾਈਮ ਏਸ਼ੀਆ ਟੀਵੀ ਕਿਸੇ ਪਾਰਟੀ ਦਾ ਸਮਰਥਨ ਜਾਂ ਵਿਰੋਧ ਨਹੀਂ ਕਰਦਾ। ਅਸੀਂ ਹਮੇਸ਼ਾ ਹਰੇਕ ਚੋਣ ਦੇ ਵਿੱਚ ਆਪਣੀ ਇਸ ਗੱਲ ਨੂੰ ਬਾਰ-ਬਾਰ ਦੁਹਰਾਉਂਦੇ ਆ। ਸਾਡੀ ਕੋਸ਼ਿਸ਼ ਹੈ ਅਸੀਂ ਤੁਹਾਡੇ ਸਾਹਮਣੇ ਲਿਆ ਕੇ ਉਹਨਾਂ ਨੁਮਾਇੰਦਿਆਂ ਨੂੰ ਬਿਠਾਈਏ ਜੋ ਆਪਣੀ ਗੱਲ ਤੁਹਾਡੇ ਤੱਕ ਪਹੁੰਚਾ ਸਕਣ, ਰੱਖ ਸਕਣ। ਸਹਿਮਤ ਹੋਣਾ ਨਾ ਹੋਣਾ ਇਹ ਤੁਹਾਡੇ ਹੱਥ ਵਿੱਚ ਹੈ। ਫਿਰ ਹਾਜ਼ਰ ਹੋਵਾਂਗਾ ਕੁਝ ਹੋਰ ਮਹਿਮਾਨਾਂ ਦੇ ਨਾਲ, ਕੁਝ ਹੋਰ ਮੁੱਦੇ ਲੈ ਕੇ। ਤਦ ਤੱਕ ਲਈ ਮੈਨੂੰ ਅਵਨੀਤ ਸਿੰਘ ਤੇਜਾ ਨੂੰ ਦਿਓ ਇਜਾਜ਼ਤ। ਤੁਸੀਂ ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ। प्राइम इलेक्शन इंडिया 2019 ओनली ऑन प्राइम एशिया टीवी।